राग पार भाती। ਹੁਣ ਪ੍ਰਭਾਤੀ ਅੰਮ੍ਰਿਤ ਵੇਲੇ ਦਾ ਰਾਗ ਜਿਹੜਾ ਪ੍ਰਭਾਤ ਵੇਲਾ ਹੁੰਦਾ ਇਹਨੂੰ ਪੋਹ ਫਟਾਲਾ ਵੀ ਕਹਿੰਦੇ ਨੇ। ਨਾ ਰਾਤ ਹੋਵੇ ਨਾ ਦਿਨ ਹੋਵੇ, ਯਾਨੀ ਅੱਜ ਕੱਲ੍ਹ 4:30 5 ਵਜੇ ਤੋਂ ਬਾਅਦ ਸਮਝ ਲਓ ਕਿ ਪ੍ਰਭਾਤ ਵੇਲਾ ਹੀ ਹੈ, ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ। ਇਹ ਅੰਮ੍ਰਿਤ ਵੇਲੇ ਦਾ ਪ੍ਰਭਾਤੀ ਰਾਗ ਗੁਰੂ ਸਾਹਿਬ ਜੀ ਉਚਾਰ ਰਹੇ ਨੇ। ਗੁਰਮਤਿ ਸੰਗੀਤ ਵਿੱਚ ਇਹ ਭਿੰਨ ਰਾਗਣੀ ਹੈ ਅਤੇ ਗੁਰਮਤਿ ਸੰਗੀਤ ਵੱਲੋਂ ਹੀ ਪ੍ਰਚਾਰ ਹੋਈ ਹੈ। ਗੁਰਮਤਿ ਸੰਗੀਤ ਪਰੰਪਰਾ ਦੇ ਨਵੇਕਲੇ ਰਾਗਾਂ ਵਿੱਚ ਇਸ ਦਾ ਆਪਣਾ ਇੱਕ ਵਿਸ਼ੇਸ਼ ਸਥਾਨ ਹੈ, ਜਿਸ ਅਧੀਨ ਪ੍ਰਭਾਤੀ ਵਿਪਾਸ, ਪ੍ਰਭਾਤੀ ਦੱਖਣੀ ਵਿਪਾਸ ਪ੍ਰਭਾਤੀ ਰਾਗਾਂ ਦਾ ਉਲੇਖ ਕੀਤਾ ਗਿਆ ਹੈ। ਅੰਮ੍ਰਿਤ ਵੇਲੇ ਦੇ ਰਾਗਾਂ ਵਿੱਚੋਂ ਇੱਕ ਅਨੂਠਾ ਰਾਗ ਹੈ। ਇਸ ਰਾਗ ਵਿੱਚ ਭੈਰਵ, ਕਲਿੰਗੜਾ, ਲਲਿਤ ਵਰਗੇ ਰਾਗਾਂ ਦੀ ਝਲਕ ਪ੍ਰਤੀਤ ਹੁੰਦੀ ਹੈ, ਪਰ ਇਹ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਕਾਰਨ ਇਹਨਾਂ ਰਾਗਾਂ ਨਾਲੋਂ ਸਹਿਜੇ ਹੀ ਅਲੱਗ ਅਤੇ ਸੁਤੰਤਰ ਰਾਗ ਵਜੋਂ ਸਥਾਪਿਤ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਅਧੀਨ ਮਹੱਲਾ ਪਹਿਲਾ, ਤੀਜਾ, ਚੌਥਾ ਅਤੇ ਪੰਜਵਾਂ ਗੁਰੂ ਸਾਹਿਬਾਂ ਦੀ ਬਾਣੀ ਦਰਜ ਹੈ। ਨਾਲ ਹੀ ਭਗਤ ਕਬੀਰ ਜੀ, ਭਗਤ ਰਾਮਦੇਵ ਜੀ, ਭਗਤ ਭੈਣੀ ਜੀ ਨੇ ਵੀ ਇਸ ਰਾਗ ਅਧੀਨ ਗੁਰਬਾਣੀ ਉਚਾਰਨ ਕੀਤੀ ਹੈ। ਪ੍ਰਾਚੀਨ ਸੰਗੀਤਕਾਰ ਇਹਨੂੰ ਆਸਾ ਅਤੇ ਭੈਰਵੀ ਦੇ ਮੇਲ ਤੋਂ ਬਣਿਆ ਮੰਨਦੇ ਨੇ। ਪ੍ਰਭਾਤੀ ਰਾਗ ਦੇ ਵਿੱਚ ਮਾਂ ਪੂਰਨ ਰੂਪ ਦੇ ਵਿੱਚ ਵਰਜਿਤ ਹੈ, ਨਾ ਤੀਬਰ ਅਤੇ ਨਾ ਨਾਰਮਲ, ਕੋਈ ਮਾਂ ਸੁਰ ਪ੍ਰਯੋਗ ਨਹੀਂ ਹੁੰਦੀ। ਇਹਦੀ ਅਰੋਹ ਦੇ ਵਿੱਚ ਨਿਸ਼ਾਦ, ਨੀਂਦ ਦਾ ਵੀ ਪ੍ਰਯੋਗ ਨਹੀਂ ਕੀਤਾ ਜਾਂਦਾ, ਬਾਕੀ ਸਾਰੇ ਸੁਰ ਸ਼ੁੱਧ ਲੱਗਦੇ ਨੇ। ਇਹਦਾ ਵਾਦੀ ਛੜਜ ਮਤਲਬ 6 ਸੁਰਾਂ ਜਾਂਦੀਆਂ ਲੱਗਦੀਆਂ ਨੇ। ਸਮਾਧੀ ਪੰਚਮ, ਜੋ ਵਾਦੀ ਦਾ ਮਤਲਬ ਹੈ ਜ਼ਿਆਦੀ ਸੁਰ ਸਾ ਯੂਜ਼ ਹੁੰਦੀ ਹੈ, ਅਤੇ ਸਮਾਧੀ ਉਹਦੇ ਤੋਂ 2 ਨੰਬਰ 'ਤੇ ਪਾ ਯੂਜ਼ ਹੁੰਦਾ, ਸਾ ਅਤੇ ਪਾ ਇਹ ਮੇਨ ਸੁਰਾਂ ਨੇ। ਥਾਟ ਇਸ ਦਾ ਕਲਿਆਣ, ਮਤਲਬ ਕਲਿਆਣ ਰਾਗ ਇਹਦੀ ਮਾਂ ਹੈ। ਅਤੇ ਸਮਾਂ ਦਿਨ ਦਾ ਪਹਿਲਾ ਪਹਿਰ ਅਤੇ ਜਾਤੀ ਔੜਵ ਛਾੜਵ ਹੈ, ਮਤਲਬ ਜਾਂਦਿਆਂ 5 ਸੁਰਾਂ ਲੱਗਦੀਆਂ, ਆਉਂਦੀਆਂ 6 ਲੱਗਦੀਆਂ। ਇਸ ਦਾ ਆਰੋਹ ਹੈ ਸਾ ਰੇ ਗਾ ਪਾ ਧਾ ਸਾ, ਅਵਰੋਹ ਹੈ ਸਾ ਨੀ ਧਾ ਨੀ ਪਾ ਗਾ ਰੇ ਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਦਾ 30ਵਾਂ ਸਥਾਨ ਹੈ। ਇੱਕ ਇਹਦੇ ਅੰਦਰ ਪ੍ਰਭਾਤੀ ਵਿਪਾਸ ਰਾਗ ਵੀ ਆਉਂਦਾ ਹੈ। ਰਾਗ ਪ੍ਰਭਾਤੀ ਵਿਪਾਸ ਇੱਕ ਅਪ੍ਰਚਲਿਤ ਰਾਗ ਹੈ, ਪ੍ਰਚਲਿਤ ਨਹੀਂ ਹੈ। ਇਸ ਰਾਗ ਸੰਬੰਧੀ ਭਾਰਤੀ ਸੰਗੀਤ ਦੇ ਕਿਸੇ ਗ੍ਰੰਥ ਵਿੱਚ ਵਰਣਨ ਨਹੀਂ ਮਿਲਦਾ, ਪਰ ਸਤਿਗੁਰਾਂ ਨੇ ਇਸ ਰਾਗ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਦੇ ਕੇ ਸਤਿਕਾਰਿਆ ਹੈ। ਰਾਗ ਪ੍ਰਭਾਤੀ ਵਿਪਾਸ ਦੀ ਸਿਰਜਣਾ ਰਾਗ ਪ੍ਰਭਾਤੀ ਅਤੇ ਵਿਪਾਸ ਰਾਗ ਦੀਆਂ ਮਧੁਰ ਸੁਰਾਵਲੀਆਂ ਦੇ ਸੰਯੋਗ ਤੋਂ ਹੋਈ ਹੈ। ਸੰਗੀਤ ਜਗਤ ਵਿੱਚ ਰਾਗ ਪ੍ਰਭਾਤੀ ਅਤੇ ਵਿਪਾਸ ਦੋਵੇਂ ਭਿੰਨ ਭਿੰਨ ਰਾਗ ਤਾਂ ਪ੍ਰਚਲਿਤ ਨੇ, ਪਰ ਪ੍ਰਭਾਤੀ ਵਿਪਾਸ ਬਹੁਤ ਘੱਟ ਸੁਣਨ ਵਿੱਚ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਦਾ ਉਲੇਖ ਰਾਗ ਪ੍ਰਭਾਤੀ ਦੇ ਇੱਕ ਪ੍ਰਕਾਰ ਵਜੋਂ ਕੀਤਾ ਗਿਆ, ਜਿਸ ਅਧੀਨ ਮਹੱਲਾ ਪਹਿਲਾ, ਤੀਜਾ, ਚੌਥਾ ਅਤੇ ਪੰਜਵਾਂ ਗੁਰਾਂ ਦੀ ਬਾਣੀ ਦਰਜ ਹੈ। ਆਰੋਹ ਦੇ ਵਿੱਚ ਮਾਂ, ਅਵਰੋਹ ਦੇ ਵਿੱਚ ਮਾਂ ਅਤੇ ਨਿਸ਼ਾਦ ਵਰਜਿਤ ਕਰਦੀਆਂ। ਇਸ ਰਾਗ ਵਿੱਚ ਦੋਵੇਂ ਰੇ, ਦੋਵੇਂ ਧਾ ਅਤੇ ਬਾਕੀ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਨੇ। ਮਤਲਬ ਪ੍ਰਭਾਤੀ ਰਾਗ ਦੇ ਨਾਲੋਂ ਇਹਦਾ ਇੰਨਾ ਫਰਕ ਹੈ ਕਿ ਰੇ ਅਤੇ ਧਾ ਕੋਮਲ ਲੱਗਦੇ ਨੇ, ਬਸ ਇਹਦੇ ਨਾਲ ਹੀ ਵਿਪਾਸ ਬਣ ਜਾਂਦਾ। ਇਹਦਾ ਵਾਦੀ ਪੰਚਮ ਅਤੇ ਸਮਾਧੀ ਛੜਜ, ਮਤਲਬ ਪਾ ਜ਼ਿਆਦਾ ਯੂਜ਼ ਹੁੰਦਾ, ਸਾ ਉਹਦੇ ਤੋਂ ਘੱਟ। ਸਮਾਂ ਦਿਨ ਦਾ ਪਹਿਲਾ ਹੀ ਪਹਿਰ ਅਤੇ ਜਾਤੀ ਛਾੜਵ ਔੜਵ ਹੈ।
सा रे गा पा धा नी धा नी पा धा सा अवरोह सा धा पा गा रे सा। क्यों थोड़ा जा फर्क है। एक है विभास प्रभाती। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਪ੍ਰਭਾਤੀ ਅਧੀਨ ਅੰਕਿਤ ਰਾਗ ਵਿਭਾਸ ਪ੍ਰਭਾਤੀ ਇੱਕ ਨੇਕ ਵੇਕਲਾ ਤੇ ਗੁਰਮਤਿ ਸੰਗੀਤ ਪਰੰਪਰਾ ਦਾ ਮੌਲਿਕ ਰਾਗ ਹੈ, ਜਿਸ ਦਾ ਉਲੇਖ ਭਾਰਤੀ ਸੰਗੀਤ ਗ੍ਰੰਥਾਂ ਵਿੱਚ ਉਪਲਬਧ ਨਹੀਂ। ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਰਾਗ ਵਿਭਾਸ ਅਤੇ ਪ੍ਰਭਾਤੀ ਦੇ ਸੁਮੇਲ ਤੋਂ ਉਤਪੰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਅਧੀਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ। ਇਸ ਰਾਗ ਦੇ ਆਰੋਹ ਦੇ ਵਿੱਚ ਮਾਂ, ਨਿਸ਼ਾਦ ਅਤੇ ਅਵਰੋਹ ਵਿੱਚ ਕੇਵਲ ਮਾਂ ਵਰਜਿਤ ਕਰਦੇ ਆ। ਰੇ ਅਤੇ ਧਾ ਦੇ ਦੋਵੇਂ ਰੂਪ ਪ੍ਰਯੋਗ ਕੀਤੇ ਜਾਂਦੇ ਨੇ। ਇਸ ਦਾ ਆਬਾਦੀ ਪੰਚਮ ਅਤੇ ਸਮਾਧੀ ਛੜਜ ਸਾ ਹੈ। ਸਮਾਂ ਉਹੀ ਦਿਨ ਦਾ ਪਹਿਲਾ ਪੈਰ ਅਤੇ ਜਾਤੀ ਔੜਵ ਸਾੜਵ ਹੈ। ਜਾਂਦਿਆਂ 5 ਸੁਰਾਂ ਆਉਂਦਿਆਂ 6 ਸੁਰਾਂ। ਆਰੋਹ ਦਾ ਆਲਾਪ ਹੈ ਸਾ ਰੇ ਗਾ ਪਾ ਧਾ ਸਾ ਅਵਰੋਹ ਸਾ ਨੀ ਧਾ ਨੀ ਪਾ ਗਾ ਰੇ ਸਾ। ਪ੍ਰਭਾਤੀ ਦੱਖਣੀ ਇਹ ਵੀ ਇਸ ਦੇ ਵਿੱਚ ਪ੍ਰਯੋਗ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਪ੍ਰਭਾਤੀ ਅਧੀਨ ਪ੍ਰਭਾਤੀ ਦੱਖਣੀ ਦਾ ਉਲੇਖ ਸਪਸ਼ਟ ਰੂਪ ਦੇ ਵਿੱਚ ਮਿਲਦਾ, ਜਿਸ ਦਾ ਪ੍ਰਯੋਗ ਗੌੜੀ ਦੱਖਣੀ, ਰਾਮਕਲੀ ਦੱਖਣੀ, ਬਿਲਾਵਲ ਦੱਖਣੀ, ਵਡਾ ਹੰਸ ਦੱਖਣੀ ਅਤੇ ਮਾਰੂ ਦੱਖਣੀ ਵਾਂਗ ਦੇਸ਼ਾਂਤਰ ਦੇ ਰਟਨਹਾਰ ਅਤੇ ਵੱਖ-ਵੱਖ ਸੱਭਿਆਚਾਰ ਦੇ ਲੋਕਾਂ ਦੇ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਆਪਣੀ ਬਾਣੀ ਦੇ ਸੰਚਾਰ ਲਈ ਕੀਤਾ। ਇਸ ਰਾਗ ਦੇ ਆਰੋਹ ਦੇ ਵਿੱਚ ਧਾ ਤੇ ਨੀ ਵਰਜਿਤ ਕਰਦਿਆਂ ਕੋਮਲ ਗਾ, ਕੋਮਲ ਧਾ ਤੇ ਕੋਮਲ ਨੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਆਬਾਦੀ ਗਾ ਤੇ ਸਮਾਧੀ ਦਾ। ਸਮਾਂ ਇਹਦਾ ਵੀ ਦਿਨ ਦਾ ਪਹਿਲਾ ਪੈਰ ਅਤੇ ਜਾਤੀ ਔੜਵ ਸੰਪੂਰਨ ਹੈ। ਜਾਂਦਿਆਂ 5 ਸੁਰਾਂ ਆਉਂਦਿਆਂ 7 ਦੀਆਂ 7। ਆਰੋਹ ਦਾ ਆਲਾਪ ਸਾ ਮਾਰੇ ਗਾ ਪਾ ਮਾ ਸਾ ਅਵਰੋਹ ਆਉਂਦੀ ਬਾਕੀ ਸਾ ਨੀ ਦਾ ਪਾ ਮਾ ਪਾ ਗਾ ਰੇ ਸਾ। ਇੰਜ ਇਉਂ ਰਾਗ ਪ੍ਰਭਾਤੀ ਦੀ ਸ਼ੁਭ ਆਰੰਭਤਾ ਹੋ ਰਹੀ ਹੈ, ਜਿਹਦੇ ਵਿੱਚ ਪ੍ਰਭਾਤੀ ਵਿਪਾਸ, ਵਿਪਾਸ ਪ੍ਰਭਾਤੀ, ਪ੍ਰਭਾਤੀ ਦੱਖਣੀ ਇਹ ਰਾਗਾਂ ਦੇ ਵਿੱਚ ਵੀ ਸ਼ਬਦ ਆਉਣਗੇ। ਆਓ ਪਹਿਲਾਂ ਗੁਰੂ ਸਾਹਿਬ ਦੀ ਰਚਨਾ ਤੋਂ ਮਹਾਮੰਤਰ ਦਾ ਉਚਾਰਨ ਸਰਵਣ ਕਰੋ। ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਸਤਨਾਮ ਜੋ ਨਾਸ਼ ਤੋਂ ਰਹਿਤ ਅਤੇ ਨਾਮ ਪ੍ਰਸਿੱਧ ਹੈ। ਕਰਤਾ ਪੁਰਖ ਕਰਤਾ ਸ੍ਰਿਸ਼ਟੀ ਦਾ ਰਚੈਤਾ ਪੁਰਖ ਪਰਿਪੂਰਨ ਹੈ। ਨਿਰਭਉ ਭੈ ਤੋਂ ਰਹਿਤ ਹੈ। ਨਿਰਵੈਰ ਵੈਰ ਤੋਂ ਰਹਿਤ ਹੈ। ਕਾਲ ਮੂਰਤ ਕਾਲ ਤੋਂ ਰਹਿਤ ਉਹਦੀ ਹਸਤੀ ਹੈ। ਜੁਨਾ ਤੋਂ ਰਹਿਤ ਹੈ। ਭੰਗ ਸੁਤੇ ਪ੍ਰਕਾਸ਼ ਰੂਪ ਹੈ। ਪ੍ਰਸਾਦ ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸੀ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਪਰਭਾਤੀ ਵਿਭਾਸ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਪ੍ਰਭਾਤ ਅੰਮ੍ਰਿਤ ਵੇਲਾ। ਭਾਵ ਮਨੁੱਖਾ ਸਰੀਰ ਅੰਮ੍ਰਿਤ ਵੇਲੇ ਦੀ ਤਰ੍ਹਾਂ ਹੈ। ਇਹਦੇ ਵਿੱਚ ਬੇਪਾਸ ਵਿਸ਼ੇਸ਼ ਕਰਕੇ ਪਰਮਾਤਮਾ ਦੇ ਅਪਰੋਹ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰੋ। ਇਉਂ ਪ੍ਰਭਾਤੀ ਅਤੇ ਵਿਪਾਸ ਦੋਵੇਂ ਰਾਗਣੀਆਂ ਨੂੰ ਮੇਲ ਕੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੌਪਦੇ ਚਾਰ ਚਾਰ ਪਦਾਂ ਵਾਲੀ ਗੁਰਬਾਣੀ ਘਰ ਪਹਿਲਾ ਪਹਿਲੇ ਸੁਰ ਤਾਲ ਦੇ ਅੰਦਰ ਉਚਾਰਨ ਕਰਦੇ ਹੋਏ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਆਏ ਤੇਰਾ ਤਰਨਾ ਜਿਸ ਸਮੇਂ
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਸਨ। ਉਸ ਸਮੇਂ ਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਬੇਨਤੀ ਕੀਤੀ ਕਿ ਇਹ ਮਹਾਰਾਜ, ਸਾਨੂੰ ਜੀਵਨ ਦੁਨੀਆ ਦੇ ਅੰਦਰ ਸੰਸਾਰ ਤੋਂ ਤਰਨ ਦੀ ਇੱਛਾ ਹੈ। ਸੰਸਾਰ ਵਿੱਚ ਇੱਜ਼ਤ ਮਾਣ ਅਤੇ ਤੀਜੀ ਪੂਜਾ ਪ੍ਰਤਿਸ਼ਠਾ ਦੀ ਇੱਛਾ ਬਣੀ ਰਹਿੰਦੀ ਹੈ। ਇਹ ਸਤਿਗੁਰੂ ਜੀ, ਇਹ ਸਾਰੇ ਗੁਣ ਕਿਸ ਪ੍ਰਕਾਰ ਪ੍ਰਾਪਤ ਹੋਣ? ਤਾਂ ਗੁਰੂ ਸਾਹਿਬ ਕਹਿੰਦੇ ਨੇ, ਨਾਏ ਤੇਰਾ ਤਰਨਾ। हे प्रभु, तेरे नाम करके ही संसार तो जीवां दा तरना हुंदा है। ਨਾਏ ਪਤ ਪੂਜ, तेरे नाम करके ही लोक परोग दे विच इज्जत अते पूजा हुंदी है। इसे प्रकार ਨਾਏ ਤੇਰਾ ਤਰਨਾ। तेरे नाम ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਜਹਾਜ਼ ਰੂਪ ਸਮਝਿਆ ਹੈ। ਨਾਏ ਪਤ ਪੂਜ, ਤੇਰੇ ਨਾਮ ਨੂੰ ਹੀ ਆਪਣੀ ਪਤ ਸਮਝਦੇ ਹਾਂ ਅਤੇ ਤੇਰੇ ਨਾਮ ਦਾ ਹੀ ਪੂਜਨ ਕਰਦੇ ਹਾਂ। ਹੀ ਵਾਹਿਗੁਰੂ ਜੀ, ਨਾਉ ਤੇਰਾ ਗਹਿਣਾ। हे ਪ੍ਰਭੂ, ਤੇਰਾ ਨਾਮ ਹੀ ਭੁੱਖਨ ਰੂਪ ਸਮਝਿਆ ਹੋਇਆ ਹੈ ਜਾਂ ਤੇਰਾ ਨਾਮ ਹੀ ਅਸਾਂ ਨੇ ਗ੍ਰਹਿਣ ਕੀਤਾ ਹੋਇਆ ਹੈ ਜਾਂ ਤੇਰਾ ਨਾਮ ਹੀ ਚੰਚਲ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਗ੍ਰਹਿਣ ਪਕੜ ਕੇ ਅਸਥਿਤ ਰੱਖਣ ਵਾਲਾ ਹੈ। ਮਤ ਮਕਸੂਦ, ਜੋ ਜੀਵਨ ਦੀ ਬੁੱਧ ਦੇ ਅੰਦਰ ਹੈ ਤੇਰੀ ਪ੍ਰਾਪਤੀ ਕਰਾਉਣ ਨੂੰ ਲਾਭ ਦੇਣ ਵਾਲਾ ਹੈ। ਤੇਰਾ ਨਾਮ ਹੀ ਆਤਮ ਵਿਸ਼ਾਣੀ ਬੁੱਧ ਦੇਣ ਦਾ ਪ੍ਰਯੋਜਨ ਹੈ। ਨਾਏ ਤੇਰਾ ਨਾਉ ਮੰਨੇ ਸਭ ਕੋਇ। हे ਪ੍ਰਭੂ, ਤੇਰੇ ਨਾਮ ਕਰਕੇ ਜੋ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਨਾਮ ਨੂੰ ਸਭ ਕੋਈ ਮੰਨਦਾ ਹੈ। ਭਾਵ ਸਾਰੀ ਦੁਨੀਆ ਵਿੱਚ ਪ੍ਰਧਾਨ ਮੰਨੇ ਜਾਂਦੇ ਨੇ। ਬਿਨ ਨਾਵੈ ਪਤ ਕਬਹੁ ਨਾ ਹੋਇ। ਤੇਰੇ ਨਾਮ ਤੋਂ ਬਿਨਾਂ ਜੀਵ ਦੀ ਇੱਜ਼ਤ ਕਦੇ ਵੀ ਨਹੀਂ ਹੁੰਦੀ। ਆਵਰ ਸਿਆਣਪ ਸਗਲੀ ਪਾਜ। ਤੇਰੇ ਨਾਮ ਤੋਂ ਬਿਨਾਂ ਹੋਰ ਬੁੱਧੀ ਦੀ ਚਤੁਰਾਈ ਹੈ, ਉਹ ਸਾਰੀ ਪਖੰਡ ਰੂਪ ਹੀ ਹੈ। ਜੈ ਬਖਸੇ ਤੈ ਪੂਰਾ ਕਾਜ। हे ਪ੍ਰਭੂ, ਜਿਸ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਉਸ ਦਾ ਵਿਵਹਾਰਕ ਅਤੇ ਪਰਮਾਰਥ ਦਾ ਸਾਰਾ ਕੰਮ ਸੰਪੂਰਨ ਹੋ ਜਾਂਦਾ ਹੈ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰੱਖੀ ਰਾਮ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਨਾਉ ਤੇਰਾ ਤਾਣ। हे ਪ੍ਰਭੂ, ਤੇਰਾ ਨਾਮ ਹੀ ਸਾਡੇ ਤਨ ਦਾ ਬਲ ਹੈ ਨਾਉ ਦੀਵਾਨ। ਅਤੇ ਤੇਰਾ ਨਾਮ ਹੀ ਸਾਡੇ ਮਨ ਦਾ ਆਸਰਾ ਰੂਪ ਹੈ। ਇਸੇ ਪ੍ਰਕਾਰ ਨਾਉ ਤੇਰਾ ਤਾਣ। ਤੇਰਾ ਨਾਮ ਹੀ ਵਿਵੇਕ ਰੂਪ ਬਲ ਦੇਣ ਵਾਲਾ ਹੈ। ਨਾਉ ਦੀਵਾਨ। ਅਤੇ ਤੇਰਾ ਨਾਮ ਹੀ ਲੋਕ ਪਰਲੋਕ ਦੇ ਵਿੱਚ ਆਸਰਾ ਦੇਣ ਵਾਲਾ ਹੈ। ਜਾਂ ਤੇਰਾ ਨਾਮ ਤੇਰੀ ਸਭਾ ਭਾਵ ਸਤਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਨਾਉ ਤੇਰਾ ਲਸਕਰ। हे ਵਾਹਿਗੁਰੂ, ਤੇਰਾ ਨਾਮ ਹੀ ਸਾਨੂੰ ਫੌਜ ਦੀ ਤਰ੍ਹਾਂ ਹੈ। ਨਾਉ ਸੁਲਤਾਨ। ਅਤੇ ਤੇਰਾ ਨਾਮ ਹੀ ਸਾਨੂੰ ਪਾਤਸ਼ਾਹ ਦੀ ਤਰ੍ਹਾਂ ਹੈ। ਇਸੇ ਪ੍ਰਕਾਰ ਨਾਉ ਤੇਰਾ ਲਸਕਰ। ਤੇਰਾ ਨਾਮ ਹੀ ਸਾਨੂੰ ਸ਼ੁਭ ਗੁਣਾਂ ਰੂਪੀ ਫੌਜ ਦੀ ਓਟ ਦੇਣ ਵਾਲਾ ਹੈ। ਨਾਉ ਸੁਲਤਾਨ। ਅਤੇ ਤੇਰਾ ਨਾਮ ਸਾਨੂੰ ਸਰੀਰ ਰੂਪ ਕਿਲੇ ਨੂੰ ਜਿੱਤਣ ਵਾਲਾ ਪਾਤਸ਼ਾਹ ਬਣਾਉਣ ਵਾਲਾ ਹੈ। ਜਾਂ ਬ੍ਰਹਮ ਗਿਆਨ ਰੂਪੀ ਪਾਤਸ਼ਾਹੀ ਦੇਣ ਵਾਲਾ ਹੈ। ਨਾਏ ਤੇਰਾ ਮਾਣ ਮਹਤ ਪਰਵਾਨ। हे ਪ੍ਰਭੂ, ਤੇਰੇ ਨਾਮ ਕਰਕੇ ਮਾਨ ਸਤਿਕਾਰ ਵੱਡਾ ਮਰਾਤਬਾ ਪ੍ਰਾਪਤ ਹੁੰਦਾ ਹੈ। ਮਾਨ ਉਹ ਹੁੰਦਾ ਹੈ ਜੋ ਆਮ ਤੌਰ ਤੇ ਸਤਿਕਾਰ ਪ੍ਰਾਪਤ ਹੋਣਾ ਹੈ।
ਤੇ ਮਰਾਤਬਾ ਉਹ ਹੁੰਦਾ ਹੈ ਜੋ ਕਿਸੇ ਵੱਡੇ ਅਹੁਦੇ ਦੀ ਪ੍ਰਾਪਤੀ ਹੋਣੀ ਹੈ। ਇਉਂ ਤੇਰੇ ਨਾਮ ਕਰਕੇ ਹੀ ਮਾਨ ਸਤਿਕਾਰ ਅਤੇ ਵੱਡਾ ਮਰਾਤਬਾ ਪ੍ਰਾਪਤ ਹੁੰਦਾ ਹੈ ਅਤੇ ਤੇਰੀ ਦਰਗਾਹ ਦੇ ਵਿੱਚ ਪ੍ਰਵਾਨ ਹੋਈਦਾ ਹੈ। ਤੇਰੀ ਨਦਰੀ ਕਰਮ ਪਵੈ ਨੀਸਾਨ। हे ਪ੍ਰਭੂ, ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਜੀਵਾਂ ਦੇ ਮੱਥੇ ਉੱਪਰ ਨਾਮ ਦੀ ਪ੍ਰਾਪਤੀ ਵਾਲਾ ਨਿਸ਼ਕਾਮ ਕਰਮਾਂ ਦਾ ਲੇਖ ਪੈਂਦਾ ਹੈ। ਨਾਏ ਤੇਰਾ ਸਹਜ ਨਾਏ ਸਾਲਾਹ। हे ਪ੍ਰਭੂ, ਤੇਰੇ ਨਾਮ ਕਰਕੇ ਸ਼ਾਂਤੀ ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਤੇਰੇ ਨਾਮ ਕਰਕੇ ਹੀ ਉਸਤਤੀ ਸਿਫਤ ਸਲਾਹ ਵਾਹਿਗੁਰੂ ਜੀ ਦਾ ਜਸ ਪ੍ਰਾਪਤ ਹੁੰਦਾ ਹੈ। ਨਾਉ ਤੇਰਾ ਅੰਮ੍ਰਿਤ ਵੇਖ ਉਠ ਜਾਏ। ਨਾਮ ਕਰਕੇ ਹੀ ਬਿਹਤਰੀ ਮੁਕਤੀ ਪ੍ਰਾਪਤ ਹੁੰਦੀ ਹੈ। ਤੇਰਾ ਨਾਮ ਅੰਮ੍ਰਿਤ ਰੂਪ ਹੈ, ਅੰਮ੍ਰਿਤ ਆਨੰਦ ਦੇ ਦੇਣ ਵਾਲਾ ਹੈ, ਜਿਸ ਨਾਲ ਵਿਸ਼ਿਆਂ ਦੀ ਜ਼ਹਿਰ ਉੱਠ ਜਾਂਦੀ, ਭਾਵ ਨਾਸ਼ ਹੋ ਜਾਂਦੀ ਹੈ। ਅੰਦਰੋਂ ਮਾਇਆ ਦੀ ਜ਼ਹਿਰ ਉੱਠ ਕੇ ਨਾਸ਼ ਹੋ ਜਾਂਦੀ ਹੈ। ਨਾਏ ਤੇਰਾ ਸਭ ਸੁਖ ਵਸੈ ਮਨ ਆਏ। हे ਪ੍ਰਭੂ, ਤੇਰੇ ਨਾਮ ਕਰਕੇ ਹਿਰਦੇ ਦੇ ਅੰਦਰ ਸਾਰੇ ਸੁੱਖ ਆ ਕੇ ਵਸ ਜਾਂਦੇ ਹਨ। ਬਿਨ ਨਾਵੈ ਬਾਦੀ ਜਮਪੁਰ ਜਾਏ। ਤੇਰੇ ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਕਰਮਾਂ ਦੇ ਬੰਧਨਾਂ ਦੀ ਬੱਝੀ ਹੋਈ ਜਮਾਂ ਦੀ ਪੁਰੀ ਨੂੰ ਤੁਰੀ ਜਾਂਦੀ ਹੈ। ਨਾਰੀ ਬੇਰੀ ਘਰਦਾਰ ਦੇਸ। ਜੋ ਇਸਤਰੀ ਹੈ ਘਰ ਵਾਲੀ, ਬਗੀਚੀਆਂ ਨੇ ਜਾਂ ਬੇਲੀ ਆਦਿਕ ਜਾਂ ਤਰਨ ਵਾਸਤੇ ਬੇੜੀਆਂ ਨੇ, ਸਰੀ ਦੇ ਵਿੱਚ ਕਾਫੀ ਲੇਕਾਂ ਨੇ, ਉੱਥੇ ਗੋਰਿਆਂ ਨੇ ਆਪਣੇ ਘਰ ਦੇ ਵਿੱਚ ਹੀ ਬੇੜੀਆਂ ਰੱਖੀਆਂ ਹੋਈਆਂ ਨੇ, ਟਾਇਰ ਲਾਏ ਹੋਏ ਨੇ। ਸੈਚਰਡੇ ਸੰਡੇ ਆਪਾਂ ਤਾਂ ਕਿਤੇ ਯਾਤਰਾ ਕਰਨ ਜਾਵਾਂਗੇ, ਗੁਰਦੁਆਰੇ ਆਵਾਂਗੇ, ਉਹਨਾਂ ਬੇੜੀ ਗੱਡੀ ਮਗਰ ਪਾਉਣੀ ਦੇ ਚਲੋ ਲੇਕ 'ਤੇ, ਜਾਂ ਤੰਬੂ ਰੱਖੇ ਹੋਏ ਨੇ ਜੰਗਲ ਦੇ ਵਿੱਚ ਜਾ ਕੇ ਰੋਟੀ ਪਾਣੀ ਖਾ ਕੇ ਫਿਰ ਤੁਰ ਕੇ ਆਪਦੇ ਮੌਜ ਮੇਲਾ ਕਰਕੇ ਘਰ ਨੂੰ ਆਓ। ਸੋ ਇਸ ਤਰ੍ਹਾਂ ਕਈ ਬਾਰਡਰ ਏਰੀਏ 'ਚ ਇੱਧਰ ਆ ਜਿਹੜਾ ਸ਼ੰਭ ਦਾ ਏਰੀਆ ਹੈ, ਦਰਿਆ ਦਾ ਏਰੀਆ, ਉੱਥੇ ਲੋਕਾਂ ਨੇ ਬੇੜੀਆਂ ਰੱਖੀਆਂ ਹੋਈਆਂ ਨੇ। ਸੋ ਜਿਹੜੇ ਸੁੰਦਰ ਘਰ ਨੇ, ਕਲਬੁਤੀ ਦਰਵਾਜ਼ੇ ਨੇ ਅਤੇ ਦੇਸ਼ਾਂ ਦੇ ਮਾਲਕ ਹੋਣਾ ਹੈ। ਮਨ ਕੀਆ ਖੁਸ਼ੀਆਂ ਕੀਚਾ ਹੈ ਵੇਸ। ਅਤੇ ਜੋ ਅਨੇਕਾਂ ਲਿਬਾਸ ਧਾਰਨ ਕਰ ਲੈਣੇ ਨੇ, ਇਹ ਸਭ ਮਨ ਦੀਆਂ ਹੀ ਖੁਸ਼ੀਆਂ ਹਨ। ਜਾ ਸੱਦੇ ਤਾਂ ਢਿੱਲ ਨਾ ਪਾਏ। ਇਹ ਪ੍ਰਭੂ, ਜਦੋਂ ਤੂੰ ਜੀਵ ਨੂੰ ਸੱਦਾ ਭੇਜ ਕੇ ਬੁਲਾ ਲੈਂਦਾ ਹੈ, ਬੇੜੀਆਂ ਵੀ ਖੜੀਆਂ ਰਹਿੰਦੀਆਂ, ਘਰ-ਬਾਰ ਵੀ ਬਣੇ ਬਣਾਤੇ ਉਸੇ ਤਰ੍ਹਾਂ ਹੀ ਬੰਦੇ ਨੂੰ ਚੁੱਕ ਕੇ ਬਾਹਰ ਮਾਰਦੇ, ਟਿਉੜੀ ਤੋਂ ਵੀ ਬਾਹਰ, ਅੰਦਰ ਨਹੀਂ ਵਾੜਦੇ। ਤਦੋਂ ਕਿਸੇ ਜੀਵ ਵੱਲੋਂ ਕੋਈ ਢਿੱਲ ਨਹੀਂ ਪੈਂਦੀ, ਭਾਵ ਸਭ ਨੂੰ ਕੂਚ ਕਰਨਾ ਪੈਂਦਾ, ਸਭ ਕੁਝ ਛੱਡ ਕੇ ਤੁਰਨਾ ਪੈਂਦਾ ਹੈ। ਨਾਂਗੇ ਆਣਾ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਸੰਪੈ ਹੇਤ ਕਲਤ ਧਨ ਤੇਰਾ। ਸੋ ਕੋਈ ਵੀ ਜੋ ਧਨ ਵਿਭੂਤੀ ਇਸਤਰੀ ਪਰਿਵਾਰ ਉਹ ਨਾਲ ਨਹੀਂ ਜਾਏਗਾ। ਨਾਨਕ ਕੂੜੋ ਕੂੜੋ ਹੋਏ ਜਾਏ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸਵੈਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ। ਸੋ ਕੂੜ ਪਹਿਨਣਹਾਰ, ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਨੇ ਕਿ ਤਦੋਂ ਅੰਤ ਵੇਲੇ ਝੂਠੇ ਸੰਸਾਰ, ਝੂਠੇ ਪਦਾਰਥਾਂ, ਝੂਠੇ ਸੰਬੰਧੀ ਆਦਿਕ ਦਾ ਪਸਾਰਾ ਝੂਠਾ ਹੀ ਹੋ ਜਾਂਦਾ ਹੈ, ਭਾਵ ਨਾਲ ਜਾਣ ਨੂੰ ਕੋਈ ਵੀ ਸਾਥੀ ਨਹੀਂ ਦਿਸਦਾ। ਪ੍ਰਭਾਤੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾ ਰਹੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ।
कोई भी किसी का साथी नहीं है। प्रभाती महला पहला। प्रभाती राग ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਗਲਾ ਸ਼ਬਦ ਉਚਾਰ ਰਹੇ ਨੇ। तेरा नाम रतन। हे प्रभु तेरा नाम रतन ਦੀ ਤਰ੍ਹਾਂ ਅਮੋਲਕ ਹੈ। ਗੁਰ ਕਾ ਸ਼ਬਦ ਰਤਨ ਹੈ। महाराज भी अमोलक है और आप अमोलक है। मुल ना पाया जाए, मुल ना पाया जाए किसे बिटो रहे लोग बिल लाए। महाराज का नाम भी अमोलक है। कर्म चानना। जिस दी कृपा या कमाई करके ज्ञान का प्रकाश प्राप्त होता है। चानन किथे प्राप्त होंदा सह पुत्र बख्शदे ने। सुरत तिथै लोय। हे प्रभु जिस दी तेरे विच सुरती लगी हुई है या श्रेष्ठ प्रीति लग रही है उथे ही ज्ञान का प्रकाश होंदा है। अंधेर अंधी वापरा। और जो बपड़े बेचारे मनमुख ने उन्हां दी बुद्धि भी अन्नी है। अति अज्ञान का हनेरा पिया रहिंदा है। या जिन्हां दी बुद्धि अन्नी है वो अज्ञानता दे हनेरे विच विशेष करके पए रहिंदे ने। या अंधी बुद्ध वालियां दे अंदर अज्ञान का हनेरा वापरदा रहिंदा है। सागल लीजा खोय। ਉਹ ਆਪਣੇ ਸਾਰੇ ਪੁੰਨ ਕਰਮ ਗਵਾ ਲੈਂਦੇ ਨੇ ਜਾਂ ਉਹਨਾਂ ਦੇ ਸਾਰੇ ਸ਼ੁਭ ਗੁਣਾਂ ਨੂੰ ਕਾਮ ਆਦਿਕ ਵਿਕਾਰ ਖੋਹ ਲੈਂਦੇ ਨੇ। ਜਾਂ ਯਮਦੂਤ ਪਰਲੋਕ ਦੇ ਰਸਤੇ ਵਿੱਚ ਸਾਰੇ ਸਕਾਮ ਕਰਮਾਂ ਨੂੰ ਖੋਹ ਲੈਂਦੇ ਹਨ। ਇਹੋ ਸੰਸਾਰ ਸਗਲ ਵਿਕਾਰ। ਇਹ ਜੋ ਜਗਤ ਹੈ ਇਹ ਸਾਰਾ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਗਰਸਿਆ ਹੋਇਆ ਹੈ। ਛੋਟੇ ਛੋਟੇ ਨਿਆਣਿਆਂ ਨੂੰ ਜੋ ਮਰਜ਼ੀ ਪੁੱਛ ਲਓ, ਨਾ ਕੋਈ ਪੜ੍ਹਾਉਂਦਾ ਨਾ ਕੋਈ ਸਿਖਾਉਂਦਾ, ਪਤਾ ਨਹੀਂ ਕਿੱਥੋਂ ਸੁਣ ਲੈਂਦੇ ਨੇ। ਕਿਉਂਕਿ ਸੰਸਾਰ ਹੀ ਵਿਗੜਿਆ ਹੋਇਆ, ਉਹਨਾਂ ਨੇ ਵਿਗੜੀਆਂ ਗੱਲਾਂ ਹੀ ਸਿਖਾਉਣੀਆਂ ਨੇ। ਤੋ ਦੂਜੀਆਂ ਦਵੈਤ ਵਾਲੀਆਂ ਕਾਰਾਂ ਦੇ ਵਿੱਚ ਵੀ ਲੱਗਾ ਹੋਇਆ ਵਿਕਾਰ ਰੂਪ ਹੈ। ਅਰਥਾਤ ਪੂਰਨ ਭਾਵ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਜੀਵਾਂ ਨੂੰ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੋਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨਿਫਲ ਭਈ ਸਭ ਸੇਵਾ। ਛੋਟੇ ਛੋਟੇ ਬੱਚਿਆਂ ਦੇ ਨਾਲ ਵੇਖੋ ਜ਼ਬਰਦਸਤੀ ਹੋ ਰਹੀ ਹੈ, ਕਿੰਨਾ ਜ਼ੁਲਮ ਹੋ ਰਿਹਾ ਹੈ। ਜੇ ਕਿਤੇ ਸਾਡੇ ਕਾਨੂੰਨ ਸਖਤ ਹੋਣ ਤੇ ਚੌਂਕ 'ਚ ਖਿਲਾਰ ਕੇ ਇਹੋ ਜਿਹੇ ਬੰਦੇ ਨੂੰ ਫਾਂਸੀ 'ਤੇ ਲਾ ਦਿਓ, ਗੋਲੀ ਮਾਰ ਕੇ ਮਾਰ ਦਿਓ। ਮੁਸਲਮਾਨ ਇੰਨੇ ਸਖਤ ਨੇ ਭਈ ਉਹ ਪੱਥਰ ਮਾਰ ਮਾਰ ਕੇ ਇਹੋ ਜਿਹੇ ਬੰਦੇ ਨੂੰ ਸਾਡੇ ਨੇ। ਜਿੰਨੇ ਚਿਰ ਨੂੰ 10-12 ਸਾਲਾਂ ਨੂੰ ਮਾੜੀ ਮੋਟੀ ਸਜ਼ਾ ਮਿਲਣੀ ਹੈ ਉਹਨੇ ਚਿਰ ਨੂੰ ਸਾਰੇ ਹੀ ਚੁੱਪ ਕਰਕੇ ਬੈਠ, ਕਿਸੇ ਨੂੰ ਚੇਤਾ ਹੀ ਨਹੀਂ ਰਹਿੰਦਾ। ਤੋ ਇਸ ਵਾਸਤੇ ਇਹ ਜਿਹੜੀ ਦੁਨੀਆ ਹੈ ਇਸ ਤੋਂ ਬਚ ਕੇ ਰਹਿਣਾ ਬੜਾ ਔਖਾ ਹੈ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੁੜ ਜਾਵੇ, ਮਹਾਰਾਜ ਆਪ ਰਕਸ਼ਾ ਕਰਨ। ਕਲਗੀਧਰ ਨੇ ਤਾਈਓ ਅੰਮ੍ਰਿਤ ਛਕਾ ਕੇ ਗਾਤਰੇ ਕੁਰਬਾਨਾਂ ਪਵਾਈਆਂ ਕਿ ਸਵੈ ਰੱਖਿਆ। ਕਿਸੇ ਦੀ ਆਸ ਨਾ ਕਰੋ, ਆਪ ਦੀ ਰੱਖਿਆ खुद आप करो। तेरा नाम दारू। ये वाहिगुरु तेरा नाम ही औषधि रूप है, दवाई रूप है। लोग अजकल शराब नूं दारू कहंदे ने। शराब नूं असीं तां माझे दी बोली ਵਿੱਚ शराब ही कहंदे आ। इत्थों दे लोग मालवे दे ਉਹ दारू कहंदे ने। दारू ਤਾਂ ਆਪਾਂ ਅੱਖਾਂ 'ਚ ਪਾਉਣ ਵਾਲੇ ਡ੍ਰੌਪ ਨੂੰ ਬੋਲੀਦਾ, ਦਵਾਈ ਹੁੰਦੀ ਆ। ਇਹ ਮਹਾਰਾਜ ਤੇਰਾ ਨਾਮ ਹੀ ਔਸ਼ਧੀ ਰੂਪ ਹੈ। ਅਵਰ ਹਾਂਜੀ ਅਵਰ ਨਾਸਤ। ਹੋਰ ਕੋਈ ਪਦਾਰਥ दारू ਰੂਪ ਜਾਂ ਨਾਮ ਗੈਰ ਹੋਰ ਮਨਮੁਖ ਨਾਸਤਕ ਹੋ ਰਹੇ ਨੇ। ਕਰਨਹਾਰ ਅਪਾਰ। ਇਹ ਸਾਰੇ ਜਗਤ ਨੂੰ ਤੂੰ ਰਹਿਤ ਪਰਮਾਤਮਾ। औखद हर का नाम है, हे हरि तेरा नाम औषधि दवाई है। जित रोग न व्यापै
ਜਿਸ ਕਰਕੇ ਕੋਈ ਰੋਗ ਨਹੀਂ ਲੱਗਦਾ। ਜੇ ਰੋਗ ਲੱਗਿਆ ਹੋਵੇ ਤਾਂ ਗੁਰਬਾਣੀ ਪੜ੍ਹਨ ਤੋਂ ਖਤਮ ਹੋ ਜਾਂਦਾ, ਜੇ ਪਹਿਲਾਂ ਹੀ ਬਾਣੀ ਪੜ੍ਹੋ ਫਿਰ ਲੱਗਦਾ ਹੀ ਨਹੀਂ ਹੈ। ਸੋ ਐਸੇ ਹੇ ਵਾਹਿਗੁਰੂ ਜੀ, ਤੂੰ ਕਰਨਹਾਰ, ਸੋ ਸਾਰਿਆਂ ਨੂੰ ਕਰਨ ਵਾਲਾ ਹੈ। ਇਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿ, ਬਾਕੀ ਸਭ ਹੋਰ ਨਾਸ਼ਵੰਤ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸਾਰਾ ਸੰਸਾਰ ਜੋ ਜੋ ਦੀਸੈ ਸੋ ਸੋ ਰੋਗੀ, ਸਭ ਰੋਗੀ ਤੁਰੇ ਫਿਰਦੇ ਨੇ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਇੱਕ ਰੋਗ ਤੋਂ ਰਹਿਤ ਮੇਰਾ ਜੁੜਿਆ ਹੋਇਆ ਵਾਹਿਗੁਰੂ ਦੇ ਨਾਲ, ਸਤਿਗੁਰੂ ਸੱਚਾ ਪਾਤਸ਼ਾਹੀ ਹੈ। ਕਹਿੰਦੇ ਨੇ ਕਾਮ ਰੋਗ ਮੈਗਲ ਬਸ ਲੀਨਾ, ਜਿਹੜਾ ਹਾਥੀ ਉਹਨੂੰ ਕਾਮ ਦਾ ਰੋਗ ਰੱਬ ਨੇ ਲਾਇਆ ਹੋਇਆ, ਤੇ ਜਿਹੜਾ ਹਰਨ ਹੈ ਨਾਦ ਰੋਗ ਖਬ ਗਏ ਕੁਰੰਗਾ, ਉਹਨੂੰ ਸੁਣਨ ਦਾ ਰੋਗ ਹੈ, ਵਿਸ਼ਾ ਹੈ, ਜਿਸ ਕਰਕੇ ਉਹ ਨਾਸ ਹੋ ਜਾਂਦਾ। ਜਿਹੜੀ ਮੱਛੀ ਹੈ ਉਹਨੂੰ ਖਾਣ ਦਾ ਰੋਗ ਲਾਇਆ ਹੋਇਆ। ਤੇ ਹਉਮੈ ਰੋਗ ਮਨ ਕੋ ਦੀਨਾ, ਬੰਦੇ ਨੂੰ ਸਭ ਤੋਂ ਵੱਡੀ ਬਿਮਾਰੀ ਹਉਮੈ ਦੀ ਲਾਈ ਹੋਈ ਹੈ। ਇਹ ਮੈਂ ਕਰਦਾ ਰਹਿੰਦਾ ਹੈ, ਜਿਸ ਕਰਕੇ ਡੁੱਬ ਜਾਂਦਾ। ਜਿਉਂਦਾ ਬੰਦਾ ਜਿੰਨਾ ਚਿਰ ਉਹ ਮੈਂ ਕਰਦਾ ਪਾਣੀ ਵਿੱਚ ਡੁੱਬਦਾ ਹੈ, ਬਾਕੀ ਸਾਰੇ ਜੀਆ ਜੰਤ ਤਰਦੇ ਨੇ। ਆ ਮੱਝਾਂ ਨੇ, ਗਾਵਾਂ ਨੇ, ਘੋੜੇ ਨੇ, ਕੋਈ ਵੀ ਜੀਆ ਜਾਂਦਾ ਸਭ ਪਾਣੀ 'ਚ ਤਰਦੇ। ਜੰਮਦੇ ਬੱਚੇ ਤਰਨਾ ਸਿੱਖ ਜਾਂਦੇ, ਪਰ ਇੱਕ ਅਸੀਂ ਹੀ ਆ ਜੋ ਪਾਣੀ ਵਿੱਚ ਡੁੱਬਦੇ ਹਾਂ। ਕਾਰਨ ਕੀ ਆ? ਵੀ ਮੈਂ ਦੇ ਨਾਲ ਅਸੀਂ ਭਰੇ ਪਏ ਹਾਂ। ਜਿਸ ਵਕਤ ਬੰਦਾ ਮਰ ਜਾਂਦਾ, ਮਤਲਬ ਉਹਦੇ ਵਿੱਚੋਂ ਮੈਂ ਨਿਕਲ ਜਾਂਦੀ, ਫਿਰ ਆਪਣੇ ਆਪ ਹੀ ਤਰਨ ਲੱਗ ਪੈਂਦਾ। ਮੁਰਦਾ ਬੰਦਾ ਹੁੰਦਾ ਬੰਦਾ ਹੀ ਆ, ਵੇਖੋ ਵਿੱਚੋਂ ਹਵਾ ਨਿਕਲ ਗਈ, ਬਲ ਕੇ ਹਵਾ ਵਾਲਾ ਬਲੈਡਰ ਤਰੂਗਾ। ਜਿਹੜੀ ਟਿਊਬ 'ਚ ਹਵਾ ਭਰੀ ਹੋਈ ਹੈ ਉਹ ਟਿਊਬ ਤਰੂਗੀ, ਜਿਹੜੀ ਬੰਦੇ ਦੇ ਵਿੱਚ ਮੈਂ ਦੀ ਹਵਾ ਭਰੀ ਹੋਈ ਹੈ ਉਹ ਡੋਬੂਗੀ। ਜਦੋਂ ਮੈਂ ਦੀ ਹਵਾ ਨਿਕਲ ਗਈ, ਸਰੀਰ ਉਸੇ ਤਰ੍ਹਾਂ ਹੀ ਹੈ। ਇਹ ਨਹੀਂ ਵੀ ਭਾਰ ਘਟ ਗਿਆ, ਉਹ ਆਪਣੇ ਆਪ ਹੀ ਮੁਰਦਾ ਲਾਸ਼ ਤਰਨ ਲੱਗ ਪੈਂਦੀ ਹੈ, ਉਹ ਪਾਣੀ ਦੇ ਉੱਪਰ ਆ ਜਾਂਦੀ ਹੈ। ਤੋ ਇਸ ਤਰ੍ਹਾਂ ਇਹ ਸਭ ਤੋਂ ਵੱਡੀ ਬਿਮਾਰੀ ਹਉਮੈ ਦਾ ਰੋਗ, ਹਉਮੈ ਦੀਰਘ ਰੋਗ ਹੈ। ਕੈਂਸਰ ਦਾ ਰੋਗ, ਇਹ ਬੰਦੇ ਨੂੰ ਮਹਾਰਾਜ ਨੇ ਲਾ ਛੱਡਿਆ ਕਿ ਉਹ ਸੱਚਖੰਡ ਦੀਆਂ ਬਰੂਹਾਂ ਤੱਕ ਜਾਂਦਾ। ਇੱਕ ਪੈਰ ਵੀ ਉੱਪਰ ਪੈ ਜਾਏ ਥੱਲੇ ਪੈਰ ਤੋਂ ਹਉਮੈ ਖਿੱਚ ਕੇ ਫਿਰ ਦੁਨੀਆ ਵਿੱਚ ਡੇਗ ਲੈਂਦੀ ਹੈ। ਐਸੀ ਇਹ ਹਉਮੈ ਹੈ। ਇਹ ਮਹਾਰਾਜ ਇਹਨੂੰ ਕੱਟਣ ਲਈ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਕਿਰਪਾ ਕਰੇ ਜੀ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਹੈ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਨਾਮ ਦੀ ਦਵਾਈ ਹੈ, ਜਿਸ ਦਾਰੂ ਨੂੰ ਪਾਉਣ ਦੇ ਨਾਲ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਨਾਮ ਦਾ ਦਾਰੂ, ਨਾਮ ਦੇ ਡ੍ਰੌਪ ਪਾਵਾਂਗੇ, ਨਿਗਾਹ ਤੇਜ਼ ਹੋਊਗੀ। ਗਿਆਨ ਅੰਜਨ ਗੁਰ ਦੀਆ, ਸੁਰਮਾ ਹੁੰਦਾ ਹੈ, ਪਾਉਂਦਿਆਂ ਸਾਰੀ ਠੰਡ ਪਾ ਦਿੰਦਾ। ਇਉਂ ਗਿਆਨ ਦਾ ਸੁਰਮਾ ਮਹਾਰਾਜ ਬਖਸ਼ਿਸ਼ ਕਰਨਗੇ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤਾ ਰਹਾ ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਪਾਤਾਲ ਪੁਰੀਆ ਏ ਵਾਰ। ਸਤ ਪਤਾਲ ਸ਼ਿਵ ਜੀ, ਵਿਸ਼ਨੂੰ ਆਦਿਕ ਦੀਆਂ ਪੁਰੀਆਂ ਦੇ ਭਾਰ ਜਿੰਨੇ ਵੀ ਇੱਕ ਸ਼ਾਬੇ ਦੇ ਵਿੱਚ ਹੋ ਜਾਣ, ਹੋਵੈ ਲੱਖ ਕਰੋੜ। ਭਾਵੇਂ ਲੱਖਾਂ ਕਰੋੜਾਂ ਪਦਾਰਥ ਇੱਕ ਸ਼ਾਬੇ ਦੇ ਵਿੱਚ ਹੋ ਜਾਣ, ਤਾਂ ਵੀ ਤੇਰੇ ਨਾਮ ਦੇ ਤੁਲ ਨਹੀਂ ਪਹੁੰਚ ਸਕਦੇ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਕੇ ਸਰਬਟ ਢੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਬੇ ਨਾਮ ਹਰ ਕੇ ਮੁਕਤ ਨਾਹੀ, ਕਹੇ ਨਾਨਕ ਦਾਸ। ਕਿਉਂਕਿ ਮੁਕਤੀ ਨਾਮ ਨਹੀਂ ਦੇਣੀ ਹੈ, ਹੋਰ ਕੋਈ ਹੈ ਹੀ ਨਹੀਂ ਸਾਧਨ ਨਾਮ ਤੋਂ ਬਗੈਰ ਮੁਕਤੀ ਦੇਣ ਵਾਲਾ। ਇਸ ਲਈ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ, ਕੋਈ ਇਹਦੀ ਬਰਾਬਰੀ ਕਰਨ ਵਾਲਾ ਨਹੀਂ। ਸਾਈਂ ਨਾਮ ਅਮੋਲ, ਸਾਈਂ ਦਾ ਨਾਮ ਅਮੋਲਕ ਹੈ। ਪੁਰਾਣਾ ਸਮਾਂ ਸੀਗਾ, ਉਦੋਂ ਰੁਪਈਏ ਨਹੀਂ ਸੀ ਹੁੰਦੇ,
ਲੋਕ ਕੀ ਕਰਦੇ, ਬੱਕਰੀਆਂ ਤੇ ਭੇਡਾਂ ਦੇ ਕੇ ਇੱਕ ਗਾਂ ਖਰੀਦ ਲੈਂਦੇ, ਗਾਂ ਦੇ ਕੇ ਮੱਝ ਲੈ ਲੈਂਦੇ, ਤੇ ਮੱਝ ਦੇ ਕੇ ਘੋੜਾ ਲੈ ਲੈਂਦੇ। ਇਉਂ ਵੱਟੇ ਸੱਟੇ ਹੁੰਦਾ ਸੀਗਾ। ਦਾਣੇ ਵੇਚ ਕੇ ਤਾਂ ਅਸੀਂ ਕੁਲਫੀਆਂ ਖਾਂਦੇ ਰਹੇ ਹਾਂ। ਉਹ ਬਲਬ ਭੰਨ ਭੰਨ ਕੇ ਨਿਆਣੇ ਦਾ ਕੰਮ ਇਹੀ ਹੁੰਦਾ, ਵਿੱਚੋਂ ਤਾਂਬਾ ਕੱਢ ਕੱਢ ਕੇ ਪਤੀਸਾ ਖਾਂਦੇ ਰਹੇ। ਅਤੇ ਇਸ ਵਾਸਤੇ ਪੈਸਾ ਮਿਲਣਾ 10 ਪੈਸੇ, ਜਿੱਦਣ ਰੁਪਈਆ ਮਿਲਣਾ ਬੜਾ ਖੁਸ਼ ਹੋਣਾ। 2 ਰੁਪਈਏ ਤਾਂ ਫਿਰ ਖੁਸ਼ੀ ਦੀ ਹੱਦ ਹੀ ਮੁੱਕ ਜਾਣੀ ਵੀ ਅੱਜ 2 ਮਿਲੇ ਆ। 87-90 ਦੇ ਵਿੱਚ 5 ਰੁਪਈਏ ਦੀ ਕੀਮਤ ਹੀ ਬੜੀ ਹੁੰਦੀ ਸੀ। ਸਾਰੀ ਦਿਹਾੜੀ ਰੋਟੀ ਭਾਵੇਂ ਨਾ ਖਾਓ, 5 ਰੁਪਈਆਂ ਨੇ ਬੰਦਾ ਰੱਜਿਆ ਰਹਿੰਦਾ। ਤਾਂ ਇਸ ਵਾਸਤੇ ਹੁਣ ਤਾਂ ਪੈਸੇ ਦਾ ਅੰਤ ਹੀ ਕੋਈ ਨਹੀਂ, ਮਹਾਰਾਜ ਦੀ ਕਿਰਪਾ ਹੀ ਇੰਨੀ ਹੈ। ਮਤਲਬ ਜਿਹੜੀਆਂ ਦੁਨੀਆ ਦੀਆਂ ਚੀਜ਼ਾਂ ਨੇ ਤਾਂ ਰੁਪਈਆਂ ਦੇ ਨਾਲ ਤਾਂ ਖਰੀਦ ਸਕਦੇ ਹੀ ਆ। ਚੀਜ਼ਾਂ ਦੇ ਵੱਟੇ ਸੱਟੇ ਵੀ ਮਿਲਦੀਆਂ ਸੀਗੀਆਂ। ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ, ਨਾ ਤਾਂ ਕੋਈ ਕਰੰਸੀ ਅੱਜ ਤੱਕ ਬਣੀ ਹੈ। USA ਡਾਲਰ ਹਰੇਕ ਜਗ੍ਹਾ ਕਹਿੰਦੇ ਚੱਲਦਾ, ਦੁਨੀਆ ਜਿੱਥੇ ਮਰਜ਼ੀ ਜਾਓ, ਪਰ ਨਾਮ ਨੂੰ ਖਰੀਦਣ ਵਾਲਾ ਕੋਈ ਡਾਲਰ ਨਹੀਂ ਬਣਿਆ, ਨਾ ਕੋਈ ਇਹੋ ਜਿਹੀ ਵਸਤੂ ਬਣੀ ਹੈ। ਹੀਰਿਆਂ ਬਦਲੇ ਹੀਰੇ ਵੀ ਮਿਲ ਜਾਂਦੇ ਨੇ, ਪਰ ਨਾਮ ਜਿਹੜਾ ਹੈ ਕਿਸੇ ਵਸਤੂ ਦੇ ਵੱਟੇ ਸੱਟੇ ਪ੍ਰਾਪਤ ਨਹੀਂ ਹੁੰਦਾ। ਇਸ ਲਈ ਕੰਚਨ ਸਿਉ ਪਾਈਆ ਨਹੀਂ ਤੋਲ, ਸੋਨੇ ਬਦਲੇ ਵੀ ਨਹੀਂ ਮਿਲਦਾ। ਸੋਨਾ ਸਭ ਤੋਂ ਕੀਮਤੀ ਇੱਕ ਧਾਤ ਮੰਨੀ ਹੈ ਲੋਕਾਂ ਨੇ। ਮੈਨੂੰ ਕਈਆਂ ਨੇ ਸਲਾਹ ਦਿੱਤੀ ਵੀ ਗੋਲਡ ਲੋਨ ਮਿਲ ਜਾਂਦਾ, ਵੀ ਕੋਈ ਨਾ ਕੋਈ ਪ੍ਰਬੰਧ ਕਰੋ, ਅੱਗੇ ਕੰਮ ਆਊਗਾ। ਮੈਂ ਕਿਹਾ ਜ਼ਿਆਦਾ ਆਪਾਂ ਪਾਉਣਾ ਹੀ ਨਹੀਂ। ਬਾਹਰਲੇ ਦੇਸ਼ਾਂ 'ਚ ਵੀ ਬੜੇ ਬੜੇ ਲੋਕ, ਕੋਈ ਕਹਿੰਦਾ ਕੜਾ, ਕੋਈ ਕਹਿੰਦਾ ਛਾਪ, ਕੋਈ ਚਿੱਟੇ ਪਾਤਸ਼ਾਹ ਦੀ ਕਿਰਪਾ। ਸੰਤਾਂ ਨੇ ਤਾਂ ਇਹ ਘੜੀ ਬੰਨਣ ਤੋਂ ਮਨਾ ਕੀਤਾ, ਉਹ ਵੀ ਉਹਨਾਂ ਦੀ ਆਮ ਨੂੰ ਵੇਖਣਾ। ਇਹ ਸ਼ੌਂਕ ਮੇਲੇ ਜਿਹੜੇ ਸੀਗੇ ਉਹ ਘਰ ਸੀਗੇ, ਹੁਣ ਗੁਰਦੁਆਰੇ ਕਾਹਦਾ ਸ਼ੌਂਕ ਹੈ? ਇੱਥੇ ਤੁਹਾਨੂੰ ਉੱਪਰ ਨੂੰ ਧਿਆਨ ਰੱਖੋ। ਸੋ ਇਸ ਵਾਸਤੇ ਜਿਹਨੇ ਬਾਣੀ ਪੜ੍ਹਨੀ ਹੈ ਉਹਨੂੰ ਕੱਪੜੇ ਵੀ ਚਿੱਟੇ ਹੀ ਪਾਉਣੇ ਪੈਣਗੇ। ਜੇ ਚਿੱਟੇ ਕੱਪੜੇ ਪਾਏ ਨੇ ਤੇ ਅੱਗੇ ਵਾਜਾ ਰੱਖ ਕੇ ਆਸਾ ਦੀ ਵਾਰ ਦਿਓ, ਸੋਨੇ ਦੀ ਛਾਪ ਕਿੰਨੀ ਕੁ ਚੰਗੀ ਲੱਗੂਗੀ? ਪੱਖਾ ਮਾਰਦੇ ਵੇਖਣ ਵਾਲੇ ਨੂੰ ਉਹ ਹੀ ਬੁਰਾ ਲੱਗੂ ਵੀ ਕਾੜਾ ਬਾਬੇ ਨੇ। ਉਹ ਕਹਿੰਦੇ ਸਰਬ ਲੋਕ ਹੀ ਰਸਿਆ ਹਮਨ, ਸਰਬ ਕਾਲ ਜੀ ਦੀ ਰਸਿਆ ਹਮਨ, ਸਰਬ ਲੋਹ ਜੀ ਦੀ ਸਦਾ ਰਸਿਆ ਹਮਨ। ਇਹ ਕੀ ਪ੍ਰਚਾਰ ਕਰਨਗੇ ਜਨਾਬ ਸੋਨਾ ਪਾਇਆ ਹੋਇਆ? ਇਹ ਸੋਨਾ ਜਿਹੜਾ ਹੈ ਸਰੀਰ ਉੱਪਰ ਸ਼ੌਂਕ ਨੂੰ ਧਾਰਨ ਕਰਨਾ, ਸਰੀਰ ਦੀ ਸਜਾਵਟ ਲਈ ਮਨ੍ਹਾ ਹੈ। ਜੇ ਰੱਬ ਨੇ ਦਿੱਤਾ ਹੈ, ਹੇਠਾਂ ਗੋਲਕ ਲਾਈ ਹੈ, ਉਹਦੇ ਵਿੱਚ ਪਾ ਕੇ ਅਰਦਾਸ ਕਰੋ, ਤੁਹਾਡੇ ਨਾਮ ਦਾ ਇੱਥੇ ਗੁੰਮਟ 'ਤੇ ਲੱਗ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੇ ਬੜੀਆਂ ਬੜੀਆਂ ਉੱਤਮ ਵਸਤੂਆਂ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਭੇਟਾਂ ਕੀਤੀਆਂ। ਉਹਦੇ ਤੋਂ ਬਾਅਦ ਫਿਰ ਉਹ ਮਰਿਆਦਾ ਹੀ ਚੱਲ ਪਈ। ਜਿੰਨੇ ਉਹਦੇ ਧੀਆਂ ਪੁੱਤ ਹੋਏ, ਅੱਗੇ ਦੀ ਅੱਗੇ ਸਿੱਖ ਮਹਾਰਾਜੇ ਹੋਏ, ਸਭਨਾਂ ਨੇ ਕੀਮਤੀ ਵਸਤੂਆਂ ਗੁਰੂ ਜੀ ਦੇ ਚਰਨਾਂ 'ਚ ਭੇਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਨਹੀਂ ਸੀ ਕੋਈ ਕਰਦਾ ਹੁੰਦਾ, ਪਹਿਲਾਂ ਹੁੰਦਾ ਵੀ ਨਹੀਂ ਸੀ ਕੁਛ, ਕੋਟੀ ਖਾਂਦੇ ਰਹੇ। ਉਹ 40 ਸਾਲ ਮਹਾਰਾਜੇ ਨੇ ਰਾਜ ਕੀਤਾ। ਫਿਰ ਜੋ ਕੁਝ ਉਹਦੇ ਕੋਲ ਆਇਆ ਅਤੇ ਉਹਨੇ ਇੱਕ 9 ਲੱਖਾ ਹਾਰ ਭੇਟਾ ਕੀਤਾ ਹੈ, ਉਸ ਸਮੇਂ ਦਾ 9 ਲੱਖਾ। ਅਤੇ ਬੜੀ ਸੋਹਣੀ ਉਹ ਪਾਲਕੀ ਦੇ ਵਿੱਚ ਜੜਿਆ, ਇੱਕ ਨੀਲਮ ਦਾ ਮੋਰ ਹੈ। ਉਹ ਤੋਂ ਬਾਅਦ ਫਿਰ ਮਰਿਆਦਾ ਚੱਲੀ ਹੈ ਵੀ ਜੇ ਸਿੱਖਾਂ ਨੂੰ ਰੱਬ ਨੇ ਮਾਇਆ ਦਿੱਤੀ ਹੈ ਅਤੇ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕਰਕੇ ਮਹਾਰਾਜ ਦੇ ਦਰਬਾਰ ਦੀ ਸ਼ੋਭਾ ਵਧਾਉਣ, ਕਿਉਂਕਿ ਬੰਦੇ ਨੇ ਮਰ ਜਾਣਾ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟ ਗਿਆ। ਜੇ ਕੋਹੇ ਨੂਰ ਹੀਰਾ ਵੀ ਦਰਬਾਰ ਸਾਹਿਬ ਹੁੰਦਾ ਅਤੇ ਕਿੰਨਾ ਚੰਗਾ ਹੁੰਦਾ। ਕੋਈ ਮਹਾਰਾਜ ਦੀ ਜੜਤ ਕਾੜੀ 'ਚ ਲੱਗਦਾ, ਉਹ ਪਤਾ ਨਹੀਂ ਗੋਰੇ ਲੈ ਲੂ ਗਏ, ਉਹ ਵੀ ਲੜਦੇ ਮਰਦੇ ਰਹੇ, ਪਤਾ ਨਹੀਂ ਹੁਣ ਕਿੱਥੇ ਹੋਏ। ਅਤੇ ਇਸ ਵਾਸਤੇ ਜਿਹੜੀ ਸੋਨੇ ਦੀ ਪਾਲਕੀ ਸੀਗੀ ਉਹ ਵੀ ਮੈਂ ਵਿਕਟੋਰੀਆ ਮਿਊਜ਼ੀਅਮ ਦੇ ਵਿੱਚ ਪਈ ਵੇਖੀ ਹੈ। ਆਪਦੀ ਚੀਜ਼ ਕਿਸੇ ਕੰਮ ਨਹੀਂ ਹੋਣੀ, ਜਿਹੜੀ ਗੁਰਦੁਆਰੇ ਉਹ ਸਦਾ ਅਮਰ ਹੋ ਗਈ, ਤੁਹਾਡਾ ਨਾਮ ਰਹਿ ਜਾਊਗਾ ਰੱਬ ਦੇ ਰਜਿਸਟਰ 'ਚ। ਅੱਗੇ ਤੁਹਾਡਾ ਨਾਮ ਲਿਖਿਆ ਹੋਊਗਾ ਵੀ ਇਹ ਬੰਦੇ ਨੇ ਇੰਨਾ ਸੋਨਾ ਦਾਨ ਕੀਤਾ ਹੈ। ਅਤੇ ਇਸ ਵਾਸਤੇ ਜੇ ਮਹਾਰਾਜ ਨੇ ਤੁਹਾਨੂੰ ਕੁਛ ਦਿੱਤਾ ਹੈ, ਆਮ ਬੰਦੇ ਕੋ ਤਾਂ ਆਪਦੇ ਗੁਜ਼ਾਰੇ ਵਾਸਤੇ ਹੀ ਹੁੰਦਾ, ਉਹ ਵੀ ਜੇ ਤਿਲ ਫੁੱਲ ਭੇਟਾ ਕਰੇ ਮਹਾਰਾਜ ਨਿਹਾਲ ਕਰਦਾ। ਜਿਹਨੂੰ ਰੱਬ ਨੇ ਬਹੁਤਾ ਦਿੱਤਾ ਹੈ ਉਹ ਭਾਈ ਗੁਰੂ ਸਾਹਿਬ ਦੇ ਚਰਨਾਂ 'ਚ ਭੇਟਾ ਕਰਕੇ ਕੋਈ ਸੋਭਾ ਲਵੇ, ਮਹਾਰਾਜ ਦੇ ਘਰ ਦੇ ਵਿੱਚ ਆਪ ਦਾ ਨਾਮ ਦਰਜ ਕਰਾਏ।
ਤਾਂ ਕਿ ਅੱਗੇ ਕੋਈ ਪ੍ਰਬੰਧ ਹੋ ਸਕੇ। ਵਿੱਚ ਦੁਨੀਆ ਸੇਵਕ ਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਫਿਰ ਬਾਂਹ ਲੁਡਾ ਕੇ ਜਿੱਥੇ ਮਰਜ਼ੀ ਬਹਿ ਜਾਓ, ਜਿੱਥੇ ਮਰਜ਼ੀ ਖਲੋ ਜਾਓ, ਅੱਗੇ ਤੁਹਾਡਾ ਸਤਿਕਾਰ ਹੋਏਗਾ। ਜਿਹੜੇ ਦੁਨੀਆ ਵਿੱਚ ਸੇਵਾ ਕਮਾਉਂਦੇ ਨੇ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਹਨ। ਤੇਰੇ ਲਾਲ ਕੀਮਤ ਤਾ ਪਵੈ। ਇਹ ਮਹਾਰਾਜ ਭਾਵੇਂ ਲੱਖਾਂ ਕਰੋੜਾਂ ਪਦਾਰਥ ਇੱਕ ਛਾਬੇ ਦੇ ਵਿੱਚ ਸ਼ਿਵ ਜੀ ਵਿਸ਼ਨੂੰ ਆਦਿਕਾਂ ਪੁਰੀਆਂ ਦੇ ਭਾਰ ਭਾਵੇਂ ਰੱਖ ਦਿਓ, ਫਿਰ ਵੀ ਤੇਰੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਇਹ ਪਿਆਰੇ ਪ੍ਰਭੂ, ਤੇਰੇ ਨਾਮ ਦੀ ਕੀਮਤ ਤਾਂ ਪੈ ਸਕਦੀ ਹੈ ਜਾ ਸਿਰੈ ਹੋਵਹਿ ਹੋਰ। ਜਦੋਂ ਦੂਜੇ ਸਿਰੇ ਤੇਰੇ ਮੁਕਾਬਲੇ ਤੇਰੇ ਵਰਗੇ ਗੁਣਾਂ ਵਾਲਾ ਕੋਈ ਹੋਰ ਹੋਵੇ, ਭਾਵ ਤੇਰੇ ਵਰਗਾ ਕੋਈ ਹੈ ਹੀ ਨਹੀਂ, ਇਸ ਕਰਕੇ ਤੇਰੇ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਹੈ। ਖਾਤੇ ਸੁਖ ਉਪਜਾ ਹੈ। ਇੱਕ ਗੁਰਮਤਿ ਫਿਲਾਸਫੀ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਧਿਆਨ ਦੇਣਾ। ਪ੍ਰਾਲਬਧ ਦੇ ਅਨੁਸਾਰ ਐਸੀ ਮਰਿਆਦਾ ਹੈ ਕਿ ਦੁੱਖਾਂ ਤੋਂ ਹੀ ਸੁੱਖ ਪੈਦਾ ਹੁੰਦੇ ਨੇ। ਜਿਹੜਾ ਰੱਬ ਨੇ ਬੰਦਾ ਬਣਾਇਆ ਸੀਗਾ, ਕੋਠੀ 'ਚ ਨਹੀਂ ਸੀ ਬਣਾਇਆ, ਉਹਨੂੰ ਜੰਗਲ ਦੇ ਵਿੱਚ ਸੁੱਟਿਆ ਸੀਗਾ। ਮੁਸਲਮਾਨਾਂ ਦੀਆਂ ਕਿਤਾਬਾਂ 'ਚ ਲਿਖੀ ਹੈ ਕਿ ਸਵਰਗ ਦਾ ਸੀ ਬੰਦਾ, ਬਾਬਾ ਆਦਮ ਤੇ ਅੰਮਾ ਹਵਾ। ਉਹਨਾਂ ਨੂੰ ਇੱਧਰ ਪਹਾੜਾਂ ਦੇ ਜੰਗਲ ਸੁੱਟਿਆ ਸੀਗਾ। ਏਸੀ ਕਮਰੇ 'ਚ ਨਹੀਂ ਰੱਬ ਨੇ ਬੰਦਾ ਬਣਾਇਆ। ਇਸ ਵਾਸਤੇ ਜਿਹੜੇ ਬੰਦੇ ਨੇ ਆਪ ਦੀਆਂ ਸਹੂਲਤਾਂ ਵਾਸਤੇ ਇਹ ਸੁੱਖ ਦੇ ਸਾਧਨ ਬਣਾ ਲਏ ਨੇ, ਇਹੀ ਬਿਮਾਰੀ ਦਾ ਘਰ ਹਨ। ਤੇ ਅੱਜ ਕੱਲ੍ਹ ਦੇ ਡਾਕਟਰ ਹੁਣ ਫਿਰ ਬੰਦੇ ਨੂੰ ਪਛਾਣ ਲਿਜਾ ਰਹੇ ਨੇ। ਆ ਜਿਹੜਾ ਰਾਮਦੇਵ ਹੈ, ਵੇਖੋ ਕਿੰਨੇ ਸਟੰਟ ਮਾਰਦਾ। ਡਾਕਟਰ ਕਹਿੰਦੇ ਵੀ ਸਰੀਰ ਮੁੜਕੋ ਮੁੜਕੀ ਹੋਣਾ ਚਾਹੀਦਾ। ਮੁੜਕਾ ਤਾਂ ਹੀ ਆਏਗਾ ਜੇ ਆਪਾਂ ਕੰਮ ਕਰਾਂਗੇ। ਮਸ਼ੀਨਾਂ ਆ ਗਈਆਂ, ਆਪਦੀਆਂ ਸਹੂਲਤਾਂ ਵਾਸਤੇ ਅਸੀਂ ਬਣਾ ਲਈਆਂ, ਕੰਮ ਕਰਨਾ ਛੱਡ ਦਿੱਤਾ। ਮੈਂ ਗਿਆ ਤਾਂ ਨਹੀਂ, ਪਰ ਮੈਂ ਸੁਣਿਆ ਹੋਇਆ ਹੈ ਕਿ ਜਿਹੜਾ ਗੁਰਦੁਆਰਾ ਬੜੂ ਸਾਹਿਬ ਅਕਾਲ ਅਕੈਡਮੀ ਹੈ, ਉੱਥੇ ਬੱਚਿਆਂ ਨੂੰ ਸੇਵਾ ਕਰਨੀ ਦੀ ਜਾਚ ਆਵੇ, ਸੇਵਾ ਦੀ ਸਿੱਖਿਆ ਦਿੱਤੀ ਜਾਏ। ਕਹਿੰਦੇ ਬਾਬਾ ਜੀ ਨੇ, ਬਾਬਾ ਇਕਬਾਲ ਸਿੰਘ ਜੀ ਹੁਣ ਚੜ੍ਹਾਈ ਕਰ ਗਏ, ਬਾਬਾ ਤੇਜਾ ਸਿੰਘ ਜੀ ਨੇ ਇਹ ਸਾਰੀਆਂ ਅਕੈਡਮੀਆਂ ਬਣਾਈਆਂ ਸੀਗੀਆਂ। ਬੜੂ ਸਾਹਿਬ ਬਾਬੇ ਇਕਬਾਲ ਸਿੰਘ ਨੇ ਬਣਾਈ। ਕਹਿੰਦੇ ਉਹਨਾਂ ਨੇ ਗੁਰਦੁਆਰੇ ਦੇ ਅੰਦਰ ਪੱਖੇ ਨਹੀਂ ਲਾਏ। ਉਹ ਦਾਦੀ ਸਾਡੀ ਕਹਿੰਦੀ ਹੁੰਦੀ ਸੀ, ਉਹਨੇ ਡੋੜੀ ਚਰਖਾ ਕੱਤਣਾ, ਕਹਿਣਾ ਹਾਏ ਹਾਏ ਜਦੋਂ ਦੇ ਪੱਖੇ ਆਏ ਨੇ ਸਾਡੇ ਤਾਂ ਗੋਡੇ ਰਹਿ ਗਏ। ਮਤਲਬ ਪੱਖੇ ਥੱਲੇ ਨਹੀਂ ਬਹਿੰਦੀ ਹੁੰਦੀ ਸੀ, ਇੱਕੋ ਹੀ ਪੱਖਾ ਹੋਣਾ, ਘੰਟਾ 2 ਘੰਟੇ ਮਾੜਾ ਮੋਟਾ ਹਵਾ ਲੈ ਲੈਣੀ, ਮੁੜ ਕੇ ਕਹਿਣਾ ਵੀ ਆਹ ਜਿਹੜੀ ਨੈਚੁਰਲੀ ਹਵਾ ਹੈ। ਪੁਰਾਣੇ ਬਜ਼ੁਰਗ ਉਹ ਦਰਖਤਾਂ ਥੱਲੇ ਟਾਈਮ ਗੁਜ਼ਾਰਦੇ ਹੁੰਦੇ ਸੀਗੇ। ਆਪਾਂ ਅਖੰਡ ਪਾਠ ਕਰਨ ਜਾਣਾ ਤੇ ਥੱਲੇ ਪਰਾਲੀ ਵਿਛਾ ਕੇ ਕਹਿਣਾ ਦਰੀ 'ਤੇ ਪੈ ਜਾਓ। ਇਸ ਉਹ ਜਿਹੜਾ ਪਰਾਲੀ 'ਤੇ ਲੰਮੇ ਪੈਣ ਦਾ ਆਨੰਦ ਹੈ ਉਹ ਮੋਟੇ ਮੋਟੇ ਗੱਦਿਆਂ 'ਤੇ ਥੋੜ੍ਹਾ ਹੁੰਦਾ। ਕਿਸੇ ਗੁਰਮੁਖ ਨੇ ਇੱਥੇ ਹੀ ਬੜਾ ਸੋਹਣਾ ਬੈੱਡ ਆ ਰਾਗੀਆਂ ਢਾਡੀਆਂ ਪ੍ਰਚਾਰ ਕਰਨ ਲਈ ਭੇਟਾ ਕੀਤਾ ਹੇਠਾਂ, ਅਤੇ ਬੜਾ ਮੋਟਾ ਗੱਦਾ, ਉੱਥੇ ਨਾ ਬੈਠਾ ਜਾਏ ਅਤੇ ਨਾ ਖਲੋਤਾ ਜਾਏ। ਲੱਕ ਹੀ ਦਰਦ ਹੋਣ ਲੱਗ ਪੈਂਦਾ। ਆਪਾਂ ਦੇ ਗੱਦਿਆਂ ਨੂੰ ਜੋ ਕਿ ਪਰੇ ਕਰ ਦਿੱਤਾ ਕਿ ਦਰੀਆਂ ਹੀ ਠੀਕ ਹੈ। ਜਿਹੜਾ ਪੁਰਾਤਨ ਸਮਾਂ ਸੀਗਾ ਉਹ ਸੋਹਣਾ ਸੀਗਾ। ਜਿੰਨਾ ਆਪਾਂ ਆਰਾਮ ਦੇ ਸਾਧਨ ਬਣਾਏ ਨੇ ਉਹਨਾਂ ਬਿਮਾਰੀ ਦਾ ਘਰ ਹੈ। ਜਿਹਨੂੰ ਆਪਾਂ ਦੁੱਖ ਸਮਝਦੇ ਹਾਂ ਉਹਨਾਂ ਦੁੱਖਾਂ ਤੋਂ ਹੀ ਸੁੱਖ ਪੈਦਾ ਹੁੰਦੇ ਨੇ। ਜੇ ਸਰੀਰ ਨੂੰ ਮਿਹਨਤ ਦੇ ਨਾਲ ਮੁੜਕਾ ਲਿਆਵਾਂਗੇ, ਦੁਖੀ ਹੋਵਾਂਗੇ, ਸਾਈਕਲ ਚਲਾਵਾਂਗੇ, ਭੱਜਾਂਗੇ, ਨੱਠਾਂਗੇ, ਵਰਜਿਸ਼ ਕਰਾਂਗੇ, ਭਾਰ ਚੁੱਕਾਂਗੇ, ਅਤੇ ਭਲਵਾਨਾਂ ਦੀ ਤਰ੍ਹਾਂ ਸਰੀਰ ਨੂੰ ਸਾਵਧਾਨ ਰੱਖਣ ਵਾਸਤੇ ਡੰਡ ਬੈਠਕਾਂ ਆਦਿ ਕਿਸੇ ਵੀ ਤਰੀਕੇ ਦੇ ਨਾਲ ਵਰਜਿਸ਼ ਦੀ ਲੋੜ ਹੀ ਨਹੀਂ। ਗੁਰੂ ਘਰ ਸੇਵਾ ਕਰੋ। ਗਰਮੀ ਦੇ ਵਿੱਚ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ, ਅੱਗ ਦੇ ਅੱਗੇ ਮਹਾਰਾਜ ਦੇ ਪ੍ਰਸ਼ਾਦੇ ਪਕਾਉਣੇ, ਲੋਹ ਦੀ ਸੇਵਾ ਕਰਨੀ, ਲੰਗਰ ਦੇ ਵਿੱਚ ਕਿਸੇ ਵੀ ਕਿਸਮ ਦੀ ਸੇਵਾ, ਠੰਡ ਦੇ ਵਿੱਚ ਧੁਆਈ ਸੇਵਾ ਹੈ। ਤਾਂ ਦੁੱਖ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਣਾ ਬੜਾ ਕਠਿਨ ਹੈ, ਪਰ ਇਹਦੇ ਤੋਂ ਹੀ ਸੁੱਖ ਪੈਦਾ ਹੁੰਦਾ ਹੈ। ਸੋ ਇਹ ਮਰਿਆਦਾ ਹੈ ਪ੍ਰਾਲਬਧ ਦੀ।
ਦੁੱਖਾਂ ਤੋਂ ਸੁੱਖ ਪੈਦਾ ਹੁੰਦੇ ਹਨ। ਸੁਖੀ ਹੋਵਹਿ ਦੁਖ। ਤੇ ਜਿੰਨਾ ਏਸੀ ਕਮਰਿਆਂ 'ਚ ਰਹਾਂਗੇ ਉਹਦੇ ਨਾਲ ਬਲੱਡ ਪ੍ਰੈਸ਼ਰ ਵੀ ਹਾਈ ਹੁੰਦਾ ਤੇ ਸਾਹ ਦੀ ਬਿਮਾਰੀ ਵੀ ਲੱਗਦੀ ਹੈ। ਸਭ ਤੋਂ ਜ਼ਿਆਦਾ ਬਿਮਾਰੀ ਦਾ ਘਰ ਹੈ ਏਸੀ, ਏਅਰ ਕੰਡੀਸ਼ਨ। ਹਾਂ ਕਿਤੇ ਹੋਇਆ ਘੰਟਾ ਡੇਢ ਘੰਟਾ ਬੰਦਾ ਮਾੜਾ ਮੋਟਾ ਆਪਦੀ ਰਾਹਤ ਲੈ ਲਏ, ਪਰ ਜਿਹੜਾ ਅੱਠੇ ਪੈਰ 24 ਘੰਟੇ ਏਸੀ 'ਚ ਰਹਿਣਾ ਇਹ ਬਿਮਾਰੀ ਦਾ ਘਰ ਹੈ। ਸੁੱਖਾਂ ਤੋਂ ਦੁੱਖ ਪੈਦਾ ਹੁੰਦੇ ਨੇ ਤੇ ਸੁੱਖਾਂ ਤੋਂ ਦੁੱਖ ਤੇ ਦੁੱਖਾਂ ਤੋਂ ਸੁੱਖ। ਇਸੇ ਪ੍ਰਕਾਰ ਦੁਖਾ ਤੇ ਸੁਖ ਉਪਜਾ ਹੈ। ਜਿਸ ਸਿਮਰਨ ਭਜਨ ਨੂੰ ਦੁੱਖ ਰੂਪ ਸਮਝਿਆ ਹੋਇਆ, ਇਸ ਤੋਂ ਵਾਹਿਗੁਰੂ ਦੀ ਪ੍ਰਾਪਤੀ ਮੁਕਤੀ ਰੂਪ ਸੁਖ ਪੈਦਾ ਹੁੰਦਾ ਹੈ। ਮੈਂ ਬੜੂ ਸਾਹਿਬ ਦਾ ਬਚਨ ਕਰ ਰਿਹਾ ਸੀ ਕਿ ਬੱਚੇ ਕਹਿੰਦੇ ਜਦ ਉੱਥੇ ਜਾ ਕੇ ਬੈਠਦੇ ਨੇ ਤੇ ਹੱਥ ਵਾਲੇ ਪੱਖੇ ਉਹਨਾਂ ਨੂੰ ਫੜਾਏ ਜਾਂਦੇ ਵੀ ਪੱਖਾ ਚੱਲੋ ਵਾਰੀ ਵਾਰੀ। ਉਹ ਬੈਠੀ ਸੰਗਤ ਤੇ ਪੱਖਾ ਚੱਲਦੇ ਨੇ। ਤੋ ਇੰਜ ਸੇਵਾ ਕਰਨ ਦੇ ਨਾਲ ਮਹਾਰਾਜ ਦੀ ਖੁਸ਼ੀ ਵੀ ਮਿਲਦੀ ਹੈ, ਸਰੀਰ ਵੀ ਤੰਦਰੁਸਤ ਰਹਿੰਦਾ ਹੈ, ਵਾਹਿਗੁਰੂ ਦੀ ਪ੍ਰਾਪਤੀ ਮੁਕਤੀ ਉਹ ਸੁੱਖ ਪੈਦਾ ਹੁੰਦਾ ਹੈ। ਸੁਖੀ ਹੋਵਹਿ ਦੁਖ। ਜੋ ਵਿਸ਼ਿਆਂ ਦੇ ਭੋਗ ਨੂੰ ਆਪਾਂ ਨੇ ਸੁੱਖ ਮੰਨਿਆ ਹੈ, ਜਿਹੜਾ ਸਰੀਰ ਹੈ ਇਹ ਉਸ ਤਰ੍ਹਾਂ ਨਹੀਂ ਮਰਦਾ, ਬੰਦੇ ਦੇ ਆਪ ਦੇ ਕਾਰਨਾਮਿਆਂ ਕਰਕੇ ਖਤਮ ਹੁੰਦਾ ਹੈ। ਜੇ ਦੋ ਬਿਮਾਰੀਆਂ ਤੋਂ ਬਚ ਜਾਏ ਤਾਂ ਚੜ੍ਹਦੀ ਕਲਾ 'ਚ ਰਹੇ। ਸਾਹਿਬ ਦਾ ਬਚਨ ਹੈ, ਕਹਿੰਦੇ ਕਾਮ ਕ੍ਰੋਧ, ਇੱਕ ਕਾਮ ਦਾ ਫੁਰਨਾ ਤੇ ਇੱਕ ਗੁੱਸਾ। ਕਾਇਆ ਕੋ ਗੱਲ ਹੈ, ਸਰੀਰ ਨੂੰ ਇਸ ਤਰ੍ਹਾਂ ਗਾਲ ਸੁੱਟਦੇ ਨੇ ਜਿਉਂ ਕੰਚਨ ਸੁਹਾਗਾ ਟਾਲੇ। ਜਿਵੇਂ ਸੋਨਾ ਕੋਠਾਲੀ ਦੇ ਵਿੱਚ ਪਾਇਆ ਹੋਇਆ ਉਹਨਾਂ ਚਿਰ ਨਹੀਂ ਗਲਦਾ ਜਿੰਨਾ ਚਿਰ ਸੁਨਿਆਰਾ ਸੁਹਾਗਾ ਨਾ ਪਾਏ। ਇਹ ਜਿਹੜੇ ਵਿਸ਼ੇ ਵਿਕਾਰ ਨੇ ਸੁਹਾਗੇ ਦਾ ਕੰਮ ਕਰਕੇ ਸਰੀਰ ਨੂੰ ਢਾਲ ਕੇ ਤੇ ਖਤਮ ਬਰਬਾਦ ਕਰ ਦਿੰਦੇ ਨੇ। ਇਸ ਲਈ ਹਮੇਸ਼ਾ ਕੀਰਤਨ ਸੁਣਦੇ ਰਹਿਣਾ ਚਾਹੀਦਾ ਹੈ ਤਾਂ ਕਿ ਗੁਰਬਾਣੀ ਦੀ ਆਵਾਜ਼ ਕੰਨਾਂ 'ਚ ਪੈਂਦੀ ਰਹੇ ਤੇ ਜਿਹੜਾ ਸਾਡਾ ਮਨ ਹੈ ਉਹ ਸਥਿਰ ਰਹੇ। ਜਿਤ ਮੁਖ ਤੂੰ ਸਲਾਹੀਆ ਹੈ। ਇਹ ਪਰਮਾਤਮਾ ਪਰ ਜਿਸ ਮੁਖ ਦੁਆਰਾ ਤੈਨੂੰ ਸਲਾਹਿਆ ਜਾਂਦਾ ਹੈ, ਜਿਤ ਮੁਖ ਕੈਸੀ ਭੂਖ। ਉਸ ਮੁਖ ਵਿੱਚ ਕਿਹੋ ਜਿਹੀ ਭੁੱਖ ਰਹਿਣੀ ਸੀ, ਭਾਵ ਕੋਈ ਭੁੱਖ ਨਹੀਂ ਰਹਿੰਦੀ, ਜਾਂ ਉਸ ਅੰਤःਕਰਨ ਰੂਪੀ ਮੁਖ ਵਿੱਚ ਪਦਾਰਥਾਂ ਦੀ ਆਸਾ ਰੂਪੀ ਭੁੱਖ ਇਹੋ ਜਿਹੀ ਰਹਿਣੀ ਸੀ, ਭਾਵ ਕੋਈ ਭੁੱਖ ਨਹੀਂ ਰਹਿੰਦੀ। ਨਾਨਕ ਮੂਰਖ ਏਕ ਤੂੰ। ਦੁਨੀਆ ਤੋਂ ਸਮਝਦਾ ਵੀ ਮੂਰਖ ਤੂੰ ਹੀ ਸਭ ਤੋਂ ਵੱਡਾ ਮੂਰਖ ਹੈ, ਜੋ ਨਾਮ ਨਹੀਂ ਜਪਦਾ, ਸੰਗਤ ਨਹੀਂ ਕਰਦਾ, ਗਿਆਨੀ ਧਿਆਨੀ ਹੋ ਕੇ ਸਭ ਕੁਝ ਪਤਾ ਵੀ ਆ, ਕੰਨਾਂ ਘੇਜ਼ ਮਾਰੀ ਹੋਈ ਹੈ, ਸੁੱਤਾ ਰਹਿੰਦਾ ਮੁਗੜ ਮਾਰ ਕੇ, ਧਿਆਨ ਹੀ ਨਹੀਂ ਦਿੰਦਾ ਕਿ ਮੈਨੂੰ ਵੀ ਕੁਛ ਕਰਨ ਦੀ ਲੋੜ ਹੈ। ਤੂੰ ਆਪਣੇ ਆਪ ਨੂੰ ਮੂਰਖ ਜਾਣ, ਸਿਆਣਾ ਨਾ ਬਣ। ਜਿਹੜਾ ਸਿਆਣਾ ਬਣ ਗਿਆ ਉਹ ਕੁਛ ਨਹੀਂ ਲੈ ਸਕਦਾ। ਮੂਰਖ ਬਣ ਕੇ ਅਰਦਾਸ ਕਰ। ਉਹ ਮੂਰਖ ਬੇਕਾਰ ਕਾਰੈ ਲਾਇਆ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ, ਹੋਂ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਡਗੰਦਾ। ਜਿੰਨੇ ਦੁਨੀਆ ਦੇ ਔਗਣ ਉਹ ਸਾਰੇ ਆਪਣੇ ਦੇ ਵਿੱਚ ਮਹਿਸੂਸ ਕਰਕੇ ਮਹਾਰਾਜ ਦੇ ਚਰਨਾਂ 'ਚ ਬਖਸ਼ਣ ਲਈ ਅਰਦਾਸ ਕਰ। ਅਵਰ ਭਲਾ ਸਹਿਸਾਰ। ਜੇ ਤੂੰ ਕੁਛ ਲੈਣਾ ਚਾਹੁੰਦਾ ਤੇ ਹੋਰ ਸਾਰੇ ਜਗਤ ਨੂੰ ਭਲਾ ਕਰਕੇ ਚੰਗਾ ਕਰਕੇ ਨਿਸ਼ਚੇ ਕਰਕੇ ਮੰਨ। ਕਬੀਰ ਸਭ ਤੇ ਹਮੁਰ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਅੱਜ ਕੱਲ੍ਹ ਸਮਾਂ ਇੰਨਾ ਐਡਵਾਂਸ ਚਲਾ ਗਿਆ, ਘਰ ਵਾਲੇ ਤੇ ਸ਼ੱਕ ਕਰੀ ਜਾਂਦੀ ਹੈ। ਜਿਹਦੇ ਨਾਲ ਵਿਆਹ ਹੀ ਕਰਾ ਲਿਆ ਉਹ ਬੰਦਾ ਮਾੜਾ ਕਿੱਥੋਂ ਹੋਇਆ ਦੱਸੋ? ਭਾਵੇਂ ਸਾਰੇ ਲੋਕ ਇਕੱਠੇ ਹੋ ਕੇ ਲਾਮਾ ਲੈ ਕੇ ਆਉਣ, ਪਰ ਧਰਮ ਸੁਪਤਨੀ ਇੰਨੀ ਚੜ੍ਹਦੀ ਕਲਾ ਵਾਲੀ ਹੋਣੀ ਚਾਹੀਦੀ ਵੀ ਮੈਂ ਤਾਂ ਨਹੀਂ ਮੰਨਦੀ, ਮੇਰੇ ਪਤੀ 'ਚ ਤਾਂ ਸਾਰੇ ਗੁਣ ਨੇ, ਤੁਸੀਂ ਸਾਰੇ ਝੂਠੇ ਹੋ, ਇਕੱਲਾ ਮੇਰਾ ਘਰ ਵਾਲਾ ਸੱਚਾ। ਇਹਨਾਂ ਨਸ਼ਾ ਹੋਣਾ ਚਾਹੀਦਾ ਤਾਂ ਘਰ ਚੱਲੂਗਾ। ਜੇ ਮਿੰਟ ਤੇ ਨਿੱਕੀ ਗੱਲ ਤੇ ਸ਼ੱਕ ਕੀਤਾ ਫਿਰ ਤੇ ਅੱਜ ਵਿਆਹ ਤੇ ਭਲਕੇ ਤਲਾਕ। ਇਸੇ ਤਰ੍ਹਾਂ ਆਪਦੀ ਧਰਮ ਸੁਪਤਨੀ ਨੂੰ ਵੀ ਜਿਹਦੇ ਨਾਲ ਵਾਹ ਪੈਣਾ ਹੈ ਸਭਨਾਂ ਨੂੰ ਚੰਗਾ ਸਮਝਣਾ ਚਾਹੀਦਾ, ਤਾਂ ਸਾਡੀ ਮਾਨਸਿਕ ਸਥਿਤੀ ਸਥਿਰ ਰਹੂਗੀ। ਤੋ ਗੁਰੂ ਘਰ ਤਾਂ ਟਿਕਿਆ ਹੀ ਵਿਸ਼ਵਾਸ 'ਤੇ ਹੈ, ਸ਼ਰਧਾ 'ਤੇ ਹੈ।
ਜੇ ਇੱਕ ਦੂਜੇ ਪ੍ਰਤੀ ਸਾਡਾ ਸ਼ਰਧਾ ਵਿਸ਼ਵਾਸ ਹੀ ਨਹੀਂ, ਫਿਰ ਪ੍ਰੇਮ ਕਿੱਥੋਂ ਪੈਦਾ ਹੋਊਗਾ? ਕਿਉਂ? ਜਿਨ੍ਹਾਂ ਨਾਲ ਵਾਹ ਟੁੱਟ ਸਕਦਾ, ਮਾੜਾ ਨਾ ਬੋਲੋ, ਤੋੜ ਕੇ ਰੱਬ ਦਾ ਨਾਮ ਲਵੋ। ਦੋਸਤ ਘੱਟ ਤੋਂ ਘੱਟ ਬਣਾਓ। ਜਿਹਦੇ ਨਾਲ ਨਹੀਂ ਟੁੱਟ ਸਕਦਾ, ਰਹਿਣਾ ਵੀ ਉੱਥੇ, ਫਿਰ ਇੱਕ ਦੂਜੇ ਨੂੰ ਮਾੜਾ ਕਹੀ ਜਾਣਾ, ਸ਼ੱਕ ਕਰੀ ਜਾਣਾ, ਤਾਂ ਚੰਗੀ ਗੱਲ ਨਹੀਂ। ਜ਼ਿੰਦਗੀ ਕੱਟਣੀ ਔਖੀ ਹੋ ਜਾਂਦੀ ਹੈ। ਇਸ ਲਈ ਘੱਟੋ ਘੱਟ ਜੇ ਦੁਨੀਆ ਨੂੰ ਨਹੀਂ ਸਮਝਣਾ, ਆਪਦੇ ਟੱਬਰ ਨੂੰ ਤਾਂ ਚੰਗਾ ਸਮਝੋ। ਗੁਰਮਖੋ, ਮਹਾਰਾਜ ਤਾਂ ਕਹਿੰਦੇ ਵੀ ਸਾਰਾ ਹੀ ਜਗਤ ਚੰਗਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਿਸੇ ਵੀ ਆਪਦੇ ਦੋਸਤ ਮਿੱਤਰ ਘਰ ਪਰਿਵਾਰ ਤੇ ਸ਼ੱਕ ਨਾ ਕਰੋ, ਨਹੀਂ ਤਾਂ ਜ਼ਿੰਦਗੀ ਬਰਬਾਦ ਹੋ ਜਾਊਗੀ। ਅਵਰ ਭਲਾ ਸੈਸਾਰ, ਇੱਕ ਪਰਮਾਤਮਾ ਨੂੰ ਭਲਾ ਕਰਕੇ ਸਮਝੋ, ਬਾਕੀ ਕਹਿੰਦੇ ਸਾਰਾ ਸੰਸਾਰ ਹੀ ਮੂਰਖ ਹੈ। ਮੂਰਖ ਤੇ ਭਲਾ ਜੋ ਸੰਸਾਰ ਹੈ, ਇਹ ਹਰੀ ਇੱਕ ਤੂੰ ਹੀ ਸਭਨਾ ਵਿੱਚ ਵਰਤ ਰਿਹਾ ਹੈ। ਕਹਿੰਦੇ ਨੇ ਮੂਰਖ ਸਿਆਣਾ ਏਕ ਹੈ, ਸਾਰੇ ਇੱਕ ਵਾਹਿਗੁਰੂ ਦੇ ਬਣਾਏ ਹੋਏ ਹਨ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਣ। ਆ ਦੀਵਾਨੇ ਮਸਤਾਨੇ ਦਾ ਵਿਚਾਰੇ ਜ਼ਿਆਦਾ ਸੇਵਾ ਕਰਦੇ ਨੇ, ਇੱਥੇ ਜ਼ਿਆਦਾ ਹਾਜ਼ਰੀ ਭਰਦੇ। ਅਸੀਂ ਜਿਹੜੇ ਸਿਆਣੇ ਆ, ਉਹ ਤਾਂ ਕਮੈਂਟ ਨਹੀਂ ਬੈਠ ਕੇ ਰਾਜੀ। ਗੁਰੂ ਮਹਾਰਾਜ ਕਿਰਪਾ ਕਰਨ, ਜਿਤ ਤਨ ਨਾਮ ਨਾ ਉਪਜੈ, ਅੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਕਮਲੇ ਰਮਲੇ ਦੀਵਾਨੇ ਮਸਤਾਨੇ ਸੇਵਾ ਵੀ ਕਰਦੇ ਨੇ, ਨਾਮ ਵੀ ਜਪਦੇ ਨੇ। ਜਿਸ ਸਰੀਰ ਦੇ ਵਿੱਚ, ਜਿਸ ਮਨ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੁੰਦਾ, ਸ਼ੈਤਾਨ ਹੋਏ ਖੁਆਰ, ਉਹ ਜਿਹੜਾ ਸਰੀਰ ਹੈ ਵਿਸ਼ਿਆਂ ਦੀ ਕੁਸੰਗਤ ਕਰਕੇ ਖਰਾਬ ਹੁੰਦੇ ਹਨ, ਖਤਮ ਹੋ ਜਾਂਦੇ ਹਨ। ਇਸ ਵਾਸਤੇ ਨਾਮ ਨੇ ਚੰਗੇ ਬਣਾਉਣਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਥਿਊਰੀ ਦਿੱਤੀ ਹੈ ਸਾਨੂੰ ਗੁਰਬਾਣੀ ਦੇ ਅੰਦਰ, ਵੀ ਕਿਸੇ ਨੂੰ ਬੁਰਾ ਨਾ ਆਖੋ। ਜਿਹੜਾ ਤੁਹਾਨੂੰ ਬੁਰਾ ਜਾਪਦਾ ਹੈ, ਇੱਕ ਨੂਰਸ਼ਾਹ ਰਾਣੀ ਸੀ ਬੰਗਲਾਦੇਸ਼ ਦੀ, ਸਾਰੀਆਂ ਜਨਾਨੀਆਂ ਨੇ ਆਪਦੇ ਮਗਰ ਲਾ ਕੇ ਪੁੱਠੇ ਕੰਮਾਂ 'ਚ ਲਾਈਆਂ ਸੀ। ਬੀਬੀਆਂ ਨੂੰ ਸਮਝਾਉਣਾ ਥੋੜ੍ਹਾ ਜਿਹਾ ਕਠਿਨ ਹੁੰਦਾ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਵੇਖੋ 2 ਪੰਕਤੀਆਂ ਨਹੀਂ ਸਮਝਾਤਾ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ, ਮਨੋ ਕੁਸੁਦਾ ਕਾਲੀਆ ਬਾਹਰ ਚਟਵੀਆ, ਰੀਸਾ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆ, ਤੇ ਨਾਨਕ ਸ਼ਬਦ ਰਤੀਆਂ ਮਾਣੇ ਸੁਖ ਰਲੀਆ। ਇਹ ਮਹਾਰਾਜ ਨੇ ਉਹਨਾਂ 'ਤੇ ਇਹੋ ਜਿਹੀ ਨਿਗਾਹ ਪਾਈ। ਗੁਰੂ ਸਾਹਿਬ ਬੁਰਿਆਂ ਨੂੰ ਚੰਗੇ ਬਣਾਉਂਦਾ ਹੈ। ਇਸ ਲਈ ਸੰਗਤ ਕਰੀਏ, ਗਾਤਰਾ ਪਾਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਿਤਨੇਮੀ ਹੋਈਏ। ਇਹਦੇ ਨਾਲ ਹੀ ਸਾਡੇ 'ਚ ਚੰਗੇ ਗੁਣ ਆਉਣੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ ਜੀ। ਨਾਨਕ ਮੂਰਖ ਏਕ ਤੂ, ਅਵਰ ਭਲਾ ਸੈਸਾਰ।